ਮੇਰੇ ਨਾਲ ਮੱਤੀ ਦਾ 20ਵਾਂ ਭਾਵ ਕੱਢੋ ਔਰ ਉਸ ਦੇ ਵਿੱਚੋਂ ਅਸੀਂ ਪ੍ਰਭੂ ਜੋ ਸਾਨੂੰ ਪਿਆਰ ਕਰਦਾ, ਪ੍ਰਭੂ ਜਿਸ ਨੇ ਸਾਨੂੰ ਬਣਾਇਆ ਔਰ ਜੋ ਆਖਰੀ ਦਮ ਤੱਕ ਸਾਨੂੰ ਪਿਆਰ ਕਰਦਾ, ਉਸ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਸਿੱਖਾਂਗੇ ਉਸ ਦੇ ਪਿਆਰ ਦੇ ਬਾਰੇ ਔਰ ਉਸ ਇੰਤਜ਼ਾਰ ਦੇ ਬਾਰੇ ਜੋ ਸਾਡੇ ਅੰਦਰ ਹੈ ਨਹੀਂ, ਉਸ ਦੇ ਪੇਸ਼ੈਂਸ ਦੇ ਬਾਰੇ ਜੋ ਸਾਡੇ ਕੋਲ ਹੈ ਨਹੀਂ। ਇਸ ਵਚਨ ਦੇ ਵਿੱਚੋਂ ਅਸੀਂ ਇਹ ਸਿੱਖਾਂਗੇ, ਪਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਹਿੱਸਿਆਂ ਨੂੰ ਦੇਖ ਰਹੇ ਹਾਂ ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਆਪਣੇ ਅਖੀਰਲੇ ਦਿਨਾਂ ਦੇ ਵਿੱਚ, ਜਦੋਂ ਸਰੀਰਕ ਤੌਰ 'ਤੇ ਅਖੀਰਲੇ ਦਿਨਾਂ ਵਿੱਚ ਇਸ ਧਰਤੀ ਦੇ ਉੱਤੇ ਸੀ, ਉਹਨਾਂ ਦਿਨਾਂ ਦੇ ਵਿੱਚ ਜੋ ਪ੍ਰਭੂ ਨੇ ਕੰਮ ਕੀਤੇ ਆ। ਅਗਰ ਸਾਨੂੰ ਪਤਾ ਲੱਗ ਜਾਏ, ਅਗਰ ਮੈਨੂੰ ਪਤਾ ਲੱਗ ਜਾਏ ਕਿ ਮੇਰੀ ਜ਼ਿੰਦਗੀ ਦੇ ਇਸ ਧਰਤੀ ਦੇ ਉੱਤੇ ਸਿਰਫ 30 ਦਿਨ ਬਾਕੀ ਰਹਿ ਗਏ ਔਰ ਮੈਨੂੰ ਪੱਕਾ ਪਤਾ ਹੋਵੇ ਕਿ ਇਸ ਦਿਨ ਨੂੰ, ਇਸ ਤਰੀਕ ਨੂੰ, ਇਸ ਸ਼ਾਮ ਨੂੰ ਮੈਂ ਇਸ ਧਰਤੀ ਤੋਂ ਚਲਿਆ ਜਾਣਾ, ਮੈਂ ਆਪਣੀ ਜ਼ਿੰਦਗੀ ਦੇ ਇਹਨਾਂ ਦਿਨਾਂ ਦੇ ਨਾਲ ਕੀ ਕਰੂੰਗਾ? ਉਹਨਾਂ ਦਿਨਾਂ ਦੇ ਵਿੱਚ ਕੀ ਕਰੂੰਗਾ? ਆਪਣੀ ਮौज ਮਸਤੀ, ਮਰ ਤਾਂ ਜਾਣਾ ਹੀ ਆ। ਆਪਣੇ ਘਰ ਦਾ ਸਾਂਭ ਸੰਭਾਲ, ਮੇਰੇ ਬੱਚਿਆਂ ਦਾ ਮੈਨੂੰ ਫਿਕਰ ਆ, ਮੇਰੇ ਬੱਚਿਆਂ ਦਾ ਕੀ ਬਣੂਗਾ? ਜਾਂ ਜੋ ਕੰਮ ਪ੍ਰਭੂ ਨੇ ਕੀਤੇ ਉਹ ਕੰਮ ਕਰੂੰਗਾ। ਇਸ ਲਈ ਅਸੀਂ ਵਚਨ ਦੇ ਵਿੱਚ ਆਉਂਦੇ ਹਾਂ ਤੇ ਖੁਦਾਵੰਦ ਨੇ ਸਾਨੂੰ ਸਵਰਗ ਦੇ ਰਾਜ ਦੀ ਇੱਕ ਕਹਾਣੀ ਸੁਣਾਈ। ਲੇਕਿਨ ਇਸ ਤੋਂ ਪਹਿਲਾਂ ਅਸੀਂ ਉਸ ਸਵਰਗ ਦੇ ਰਾਜ ਦੀ ਉਸ ਕਥਾ ਨੂੰ ਸੁਣੀਏ ਤੇ ਮੈਂ ਤੁਹਾਨੂੰ ਇਨਸਾਨ ਦੀ ਜ਼ਿੰਦਗੀ ਦੇ ਬਾਰੇ ਇੱਕ ਸੱਚੀ ਕਹਾਣੀ ਸੁਣਾਉਣ ਲੱਗਾ, ਜਿਸ ਦੇ ਕਰਕੇ ਇੱਕ ਇਨਸਾਨ, ਇੱਕ ਨਾਸਤਕ ਇਨਸਾਨ ਅੱਜ ਬਾਈਬਲ ਕਾਲਜ ਦੇ ਵਿੱਚ ਟੀਚਰ ਆ। ਪ੍ਰੇਰੀ ਦੇ ਵਿੱਚ, ਪ੍ਰੇਰੀ ਜਿਹੜੀ ਆ ਇਹ ਅਲਬਰਟਾ, ਮੈਨੀਟੋਬਾ, ਵਿਨਿਪੈਗ, ਇਹਨਾਂ ਨੂੰ ਪ੍ਰੇਰੀ ਕੰਟਰੀ ਕਿਹਾ ਜਾਂਦਾ ਕਿਉਂਕਿ ਇਹ ਫਲੈਟ ਆ, ਇਹਨਾਂ ਵਿੱਚ ਕਣਕ ਬਹੁਤ ਹੁੰਦੀ ਆ, ਇਸ ਕਰਕੇ ਵੀ ਇਹਨਾਂ ਨੂੰ ਪ੍ਰੇਰੀ ਕਿਹਾ ਜਾਂਦਾ। ਬਹੁਤ ਅਮੀਰ ਘਰਾਣੇ ਦਾ ਲੜਕਾ, ਅਸੀਂ ਤਾਂ ਇੱਥੇ ਏਕੜਾਂ ਦੇ ਗੱਲਾਂ ਕਰਦੇ ਹਾਂ, ਉਹਨਾਂ ਦੀ ਜ਼ਮੀਨ ਮੀਲਾਂ ਦੇ ਵਿੱਚ ਸੀ ਉਸ ਦੇ ਬਾਪ ਦੀ। ਔਰ ਉਸ ਦਾ ਇੱਕੋ ਇੱਕ ਲੜਕਾ ਪ੍ਰਭੂ ਨੂੰ ਛੱਡ ਗਿਆ, ਨਾਸਤਕ ਹੋ ਗਿਆ ਕਿ ਦੇਰ ਇਜ਼ ਨੋ ਗਾਡ। ਔਰ ਬਾਪ ਨੇ ਕਿਹਾ ਕਿ ਠੀਕ ਆ, ਇਫ ਦੇਰ ਇਜ਼ ਨੋ ਗਾਡ then there is no father, then you have no father, ਕਿ ਤੂੰ ਆਪਣਾ ਸਮਾਨ ਬਣ, ਘਰੋਂ ਚਲਾ ਜਾ। ਔਰ ਉਸਨੇ ਵੀ ਕਹਿਤਾ ਕਿ ਫਾਈਨ, ਮੈਨੂੰ ਤੇਰੀ ਕੋਈ ਲੋੜ ਨਹੀਂ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਆਈ ਕੈਨ ਡੂ ਇਟ ਮਾਈ ਸੈਲਫ, ਮੈਂ ਆਪਣੇ ਆਪ ਨੂੰ ਆਪੇ ਹੀ ਕਰ ਲੂੰਗਾ। ਲੋਨ ਲੈ ਕੇ ਪੜ੍ਹ ਲਿਆ, ਟੀਚਰ ਬਣ ਗਿਆ, 8ਵੀਂ ਕਲਾਸ ਦੇ ਸਟੂਡੈਂਟਸ ਨੂੰ ਪੜ੍ਹਾ ਰਿਹਾ, ਬਾਇਓਲੋਜੀ ਦਾ ਟੀਚਰ ਆ। ਔਰ ਉਹ ਉਹਨਾਂ ਨੂੰ ਪੜ੍ਹਾ ਰਿਹਾ, ਸਾਇੰਸ ਟੀਚਰ ਉਹਨਾਂ ਨੂੰ ਪੜ੍ਹਾ ਰਿਹਾ ਕਿ ਵਟ ਇਜ਼ ਅ ਹਿਊਮਨ ਬਾਡੀ, ਇਨਸਾਨ ਦਾ ਸਰੀਰ ਕੀ ਆ। ਕਹਿੰਦਾ 8 ਸਾਬਣ ਦੀਆਂ ਚਾਕੀਆਂ, 1 ਪਾਣੀ ਦੀ ਬਾਲਟੀ, 1 ਮੇਖ ਤੇ 1 ਤੀਲਾਂ ਦੀ ਡੱਬੀ। ਦੈਟਸ ਵਟ ਦ ਹਿਊਮਨ ਬਾਡੀ ਇਜ਼। ਜਿਹੜੀ ਇਨਸਾਨ ਦੇ ਅੰਦਰ ਜਿੰਨੇ ਵੀ ਜੋ ਕੁਛ ਵੀ ਹੈਗਾ, ਇਸ ਦੇ ਵਿੱਚੋਂ 8 ਸਾਬਣ ਦੀਆਂ ਚਾਕੀਆਂ, 1 ਪਾਣੀ ਦੀ ਬਾਲਟੀ, 1 ਲੋਹੇ ਦੀ ਨੇਲ ਮੇਖ ਔਰ 1 ਤੀਲਾਂ ਦੀ ਡੱਬੀ। ਇਸ ਤੋਂ ਜ਼ਿਆਦਾ ਕੁਛ ਨਹੀਂ। ਅਗਲੇ ਦਿਨ ਸਵੇਰੇ ਜਿਸ ਲਈ ਉਹ ਕਲਾਸ ਅਟੈਂਡ ਕਰਨ ਆਇਆ ਤੇ ਉੱਥੇ 1 ਪਾਣੀ ਦੀ ਬਾਲਟੀ ਪਈ ਸੀ, 8 ਸਾਬਣ ਦੀਆਂ ਚਾਕੀਆਂ ਪਈਆਂ ਸੀ, 1 ਮੇਖ ਪਈ ਸੀ, 1 ਤੀਲਾਂ ਦੀ ਡੱਬੀ ਪਈ ਸੀ। ਔਰ ਉਹ ਬਹੁਤ ਗੁੱਸੇ ਦੇ ਵਿੱਚ ਆ ਗਿਆ, ਸਾਰੀ ਕਲਾਸ ਨੂੰ, ਕਿਹਨੇ ਇਹ ਕੀਤਾ, ਕੌਣ ਇਹ ਲੈ ਕੇ ਆਇਆ, ਤੁਸੀਂ ਇਸ ਤਰ੍ਹਾਂ ਮੈਂ ਸਸਪੈਂਡ ਕਰ ਦੇਣਾ, ਇਹ ਕਰ ਦੇਣਾ। ਔਰ ਇੱਕ ਕੁੜੀ ਪਿੱਛੋਂ ਖੜੀ ਹੋਈ, ਉਹ ਕਹਿੰਦੀ ਕਿ ਮੈਂ ਇਹ ਲੈ ਕੇ ਆਈ ਹਾਂ।
ਅਗਰ ਇਹੋ ਹੀ ਸਾਰੀ ਇਨਸਾਨ ਦਾ ਇਹੋ ਹੀ ਇਨਸਾਨ ਆ, ਤਾਂ ਮੇਰੀ ਛੋਟੀ ਭੈਣ ਇਸ ਵੇਲੇ ਕੈਂਸਰ ਦੇ ਨਾਲ ਮਰ ਰਹੀ ਆ, ਔਰ ਉਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ, ਔਰ ਉਸ ਤੋਂ ਬਗੈਰ ਮੇਰਾ ਖਿਆਲ ਨਹੀਂ ਕਿ ਮੈਂ ਜੀ ਸਕੂੰਗੀ। ਕੀ ਤੂੰ ਮੇਰੇ ਲਈ ਇੱਕ ਛੋਟੀ ਭੈਣ ਬਣਾ ਸਕਦਾ? ਐਂਡ ਸਾਰੀ ਕਲਾਸ ਸન્ਨਾਟਾ ਛਾਇਆ ਸੀ, ਕਿਉਂਕਿ ਉਹਨੇ ਇਹ ਸਮਝਿਆ ਕਿ ਕੋਈ ਮਖੌਲ ਕਰ ਰਿਹਾ ਮੈਨੂੰ, ਲੇਕਿਨ ਇਹ ਮਖੌਲ ਨਹੀਂ ਸੀ, ਉਹ ਕੁੜੀ ਸੀਰੀਅਸ ਸੀਗੀ। ਕੀ ਤੂੰ ਮੇਰੇ ਲਈ ਇਸ ਤੋਂ ਇੱਕ ਛੋਟੀ ਭੈਣ ਬਣਾ ਸਕਦਾ? ਉਸਨੇ ਕਲਾਸ ਚੋਂ ਬਾਹਰ ਨਿਕਲਿਆ, ਰਿਜ਼ਾਈਨ ਦਿੱਤਾ। 5 ਸਾਲ ਕਿਸੇ ਨੂੰ ਸੀ ਪਤਾ ਉਹ ਕਿੱਥੇ ਆ। ਉਸ ਤੋਂ ਬਾਅਦ ਜਦ ਵਾਪਸ ਆਇਆ ਤੇ ਆਪਣਾ ਬਾਈਬਲ ਕਾਲਜ ਦੇ ਵਿੱਚ ਪੜ੍ਹਿਆ, ਦੁਬਾਰਾ ਪੜ੍ਹਿਆ, ਔਰ ਇਸ ਵੇਲੇ ਉਹ ਸਾਡੀ ਐਕਟਸ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦਾ ਪਿਆ। ਕੀ ਹੈ ਇਨਸਾਨ? ਅਗਰ ਇਹ 8 ਸਾਬਣ ਦੀਆਂ ਚਾਕੀਆਂ ਔਰ ਇੱਕ ਨੇਲ ਔਰ ਇੱਕ ਪਾਣੀ ਦੀ ਬਾਲਟੀ ਔਰ ਇੱਕ ਤੀਲਾਂ ਦੀ ਡੱਬੀ ਹੈ, ਤਾਂ ਫਿਰ ਇਸ ਦੀ ਕੀ ਕੀਮਤ ਆ? ਪ੍ਰਭੂ ਦੇ ਨਜ਼ਰ ਦੇ ਵਿੱਚ ਇਨਸਾਨ ਦੀ ਕੀ ਕੀਮਤ ਆ? ਆਓ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖੀਏ। ਮੇਰੇ ਨਾਲ ਮੱਤੀ ਦਾ 20ਵਾਂ ਭਾਵ ਕੱਢੋ, ਔਰ ਉਸ 20ਵੇਂ ਭਾਵ ਦੇ ਵਿੱਚ ਜਿਸ ਵੇਲੇ ਅਸੀਂ ਦੇਖਦੇ ਹਾਂ ਤਾਂ ਖੁਦਾਵੰਦ ਨੇ ਇੱਕ ਸਵਰਗ ਤੋਂ ਪੈਰਾਵਲ ਸੁਣਾਈ। ਇਹ ਇੱਕ ਸਵਰਗੀ ਕਥਾ ਆ ਜਿਸ ਨੂੰ ਪ੍ਰਭੂ ਨੇ ਸੁਣਾਇਆ, ਔਰ ਉਸ ਦੇ ਵਿੱਚ ਉਹ ਇਹ ਕਹਿ ਰਿਹਾ, ਕਹਿੰਦਾ ਸਵਰਗ ਦਾ ਰਾਜ ਇੱਕ ਅੰਗੂਰੀ ਬਾਗ ਦੇ ਮਾਲਕ ਵਰਗਾ ਹੈ। ਸਵਰਗ ਦਾ ਰਾਜ ਇੱਕ ਅੰਗੂਰੀ ਬਾਗ ਵਰਗਾ ਨਹੀਂ, ਸਵਰਗ ਦਾ ਰਾਜ ਇੱਕ ਅੰਗੂਰੀ ਬਾਗ ਦੇ ਮਾਲਕ ਵਰਗਾ ਹੈ, ਜੋ ਸਵੇਰ ਵੇਲੇ ਉੱਠ ਕੇ ਆਪਣੇ ਅੰਗੂਰੀ ਬਾਗ ਦੇ ਲਈ ਕਾਮਿਆਂ ਨੂੰ ਠੇਕੇ ਤੇ ਲੈਣ ਦੇ ਲਈ ਗਿਆ। ਮਾਲਕ ਨੇ ਕਾਮਿਆਂ ਨੂੰ ਆਪਣੇ ਅੰਗੂਰੀ ਬਾਗ ਦੇ ਵਿੱਚ ਕੰਮ ਕਰਨ ਦੇ ਲਈ ਘੱਲ ਦਿੱਤਾ। ਉਸਨੇ ਕਾਮਿਆਂ ਦੇ ਨਾਲ 1 ਦਿਨਾਰ ਦਿਹਾੜੀ ਕੀਤੀ। ਮਾਲਕ ਦੁਬਾਰਾ ਕੋਈ ਦਿਨ ਦੇ 9 ਵਜੇ ਨਿਕਲਿਆ ਤਾਂ ਉਸਨੇ ਬਾਜ਼ਾਰ ਦੇ ਵਿੱਚ ਫਿਰ ਕੁਝ ਕਾਮਿਆਂ ਨੂੰ ਵਿਹਲੇ ਖੜੇ ਦੇਖਿਆ। ਉਸਨੇ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਅੰਗੂਰੀ ਬਾਗ ਦੇ ਵਿੱਚ ਜਾ ਕੇ ਕੰਮ ਕਰੋ, ਮੈਂ ਤੁਹਾਨੂੰ ਜੋ ਠੀਕ ਹੋਵੇਗਾ ਮਿਹਨਤ ਦੇਵਾਂਗਾ। ਇਸ ਲਈ ਕਾਮੇ ਚਲੇ ਗਏ। ਮਾਲਕ ਨੇ 12 ਵਜੇ ਅਤੇ 3 ਵਜੇ ਫਿਰ ਇਸੇ ਤਰ੍ਹਾਂ ਹੀ ਕੀਤਾ। ਇਸ ਦੇ ਪਿੱਛੋਂ ਕੋਈ 5 ਵਜੇ ਉਹ ਬਾਜ਼ਾਰ ਦੇ ਵਿੱਚ ਗਿਆ ਅਤੇ ਉਸਨੇ ਹੋਰ ਕਾਮਿਆਂ ਨੂੰ ਉੱਥੇ ਖੜੇ ਦੇਖਿਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਇੱਥੇ ਸਾਰਾ ਦਿਨ ਵਿਹਲੇ ਐਵੇਂ ਕਿਉਂ ਗਵਾ ਰਹੇ ਹੋ? ਉਹਨਾਂ ਨੇ ਉੱਤਰ ਦਿੱਤਾ, ਕਿਉਂਕਿ ਸਾਨੂੰ ਕਿਸੇ ਨੇ ਕੰਮ ਤੇ ਨਹੀਂ ਲਾਇਆ। ਮਾਲਕ ਨੇ ਕਿਹਾ, ਤੁਸੀਂ ਵੀ ਜਾ ਕੇ ਅੰਗੂਰੀ ਬਾਗ ਦੇ ਵਿੱਚ ਕੰਮ ਕਰੋ। ਜਦੋਂ ਤਰਕਾਲਾਂ ਪੈ ਗਈਆਂ ਤਾਂ ਮਾਲਕ ਨੇ ਆਪਣੇ ਮੁਨੀਮ ਨੂੰ ਕਿਹਾ, ਕਾਮਿਆਂ ਨੂੰ ਸੱਦ ਕੇ ਉਹਨਾਂ ਨੂੰ ਜੋ ਅੰਤ ਦੇ ਵਿੱਚ ਕੰਮ ਕਰਨ ਦੇ ਲਈ ਲਾਏ ਗਏ ਸਨ, ਸ਼ੁਰੂ ਕਰਕੇ ਜੋ ਸਭ ਤੋਂ ਪਹਿਲਾਂ ਕੰਮ ਤੇ ਲਾਏ ਗਏ ਸਨ, ਮਿਹਨਤ ਦੇ। ਉਹ ਕਾਮੇ ਜੋ ਦਿਨ ਦੇ 5 ਵਜੇ ਕੰਮ ਤੇ ਲਾਏ ਗਏ ਸਨ ਪਹਿਲਾਂ ਆਏ, ਉਹਨਾਂ ਨੂੰ 1 ਦਿਨਾਰ ਮਿਲਿਆ। ਇਸ ਲਈ ਜੋ ਕਾਮੇ ਸਭ ਤੋਂ ਪਹਿਲਾਂ ਕੰਮ ਤੇ ਲਾਏ ਗਏ ਸਨ, ਜਦੋਂ ਉਹਨਾਂ ਦੀ ਵਾਰੀ ਆਈ ਤਾਂ ਉਹਨਾਂ ਸੋਚਿਆ ਕਿ ਉਹਨਾਂ ਨੂੰ ਅਧਿਕ ਮਿਲੇਗਾ, ਪਰ ਉਹਨਾਂ ਨੂੰ ਵੀ 1 ਦਿਨਾਰ ਹੀ ਮਿਲਿਆ। ਪਰ ਉਹਨਾਂ ਉਹ ਲੈ ਲਿਆ, ਪਰ ਮਾਲਕ ਉੱਤੇ ਬੁੜਬੁੜਾਉਣ ਲੱਗੇ। ਉਹ ਕਹਿਣ ਲੱਗੇ, ਇਹ ਜਿਹੜੇ ਅੰਤ ਵਿੱਚ ਆਏ ਸਨ ਅਤੇ ਇਹਨਾਂ ਕੇਵਲ 1 ਘੰਟਾ ਹੀ ਕੰਮ ਕੀਤਾ, ਤੁਸੀਂ ਇਹਨਾਂ ਨੂੰ ਵੀ ਸਾਡੇ ਬਰਾਬਰ ਕਰ ਦਿੱਤਾ ਹੈ। ਅਸੀਂ ਤਾਂ ਸਾਰਾ ਦਿਨ ਕੜਕਦੀ ਧੁੱਪ ਵਿੱਚ ਭਾਰ ਢੋਇਆ ਹੈ। ਮਾਲਕ ਨੇ ਉਹਨਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ, ਮਿੱਤਰ, ਮੈਂ ਤੇਰੇ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ ਹੈ। ਕੀ ਮੈਂ ਤੇਰੇ ਨਾਲ ਦਿਹਾੜੀ ਦਾ 1 ਦਿਨਾਰ ਨਹੀਂ ਠਹਿਰਾਇਆ ਸੀ?
ਇਸ ਲਈ ਤੂੰ ਆਪਣੀ ਮਿਹਨਤ ਲੈ ਅਤੇ ਆਪਣੇ ਘਰ ਨੂੰ ਜਾ। ਮੈਂ ਇਸ ਅੰਤਮ ਆਦਮੀ ਨੂੰ ਵੀ ਤੇਰੇ ਜਿੰਨਾ ਦੇਣਾ ਹੈ। ਕੀ ਮੈਨੂੰ ਅਧਿਕਾਰ ਨਹੀਂ ਹੈ ਕਿ ਮੈਂ ਜਿਸ ਨੂੰ ਚਾਹਾਂ ਜਿਸ ਤਰ੍ਹਾਂ ਚਾਹਾਂ ਆਪਣੇ ਧਨ ਦੇ ਨਾਲ ਕਰਾਂ? ਜਾਂ ਤੂੰ ਮੇਰੀ ਖੁੱਲ੍ਹ ਦਿਲੀ ਤੋਂ ਸੜ ਰਿਹਾ ਹੈ? ਅੰਤ ਵਿੱਚ ਯਿਸੂ ਨੇ ਕਿਹਾ, ਜੋ ਅੰਤਮ ਹਨ ਉਹ ਪਹਿਲੇ ਹੋਣਗੇ, ਜੋ ਪਹਿਲੇ ਹਨ ਉਹ ਅੰਤਮ ਹੋਣਗੇ। ਜਿਸ ਵੇਲੇ ਅਸੀਂ ਪ੍ਰਭੂ ਦਾ ਇਹ ਵਚਨ ਦੇਖਦੇ ਹਾਂ, ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਆ। ਸਭ ਤੋਂ ਪਹਿਲਾਂ ਜਿਸ ਵੇਲੇ ਅਸੀਂ ਉਹਨਾਂ ਦੀ ਵੇਜਸ ਦੇਖਦੇ ਹਾਂ, ਜੋ ਉਹਨਾਂ ਨੂੰ ਦਿਹਾੜੀ ਮਿਲੀ ਆ, ਅਸੀਂ ਉਹ ਦੇਖਦੇ ਹਾਂ। ਅੱਜ ਅਸੀਂ ਦੁਨਿਆਵੀ ਤੌਰ 'ਤੇ ਇਸ ਤਰ੍ਹਾਂ ਦਿਹਾੜੀ ਨਹੀਂ ਦਿੰਦੇ। ਅਸੀਂ ਦੁਨਿਆਵੀ ਤੌਰ 'ਤੇ ਸਮੇਂ ਦੇ ਹਿਸਾਬ ਦੇ ਨਾਲ ਦਿਹਾੜੀ ਦਿੰਦੇ ਹਾਂ, ਔਰ ਦੁਨਿਆਵੀ ਤੌਰ ਦੇ ਉੱਤੇ ਅਸੀਂ ਅਗਰ ਇਹ ਕਰਨਾ ਸ਼ੁਰੂ ਕਰ ਦਈਏ ਤਾਂ ਸਾਡੇ ਬਿਜ਼ਨਸ ਫੇਲ ਹੋ ਜਾਣਗੇ। ਲੇਕਿਨ ਇਹ ਜੋ ਅਸੀਂ ਰੂਪ ਕਥਾ ਪੜ੍ਹੀ ਆ, ਇਹ ਨਾ ਤਾਂ ਬਿਜ਼ਨਸ ਦੇ ਬਾਰੇ ਆ ਔਰ ਨਾ ਇਹ ਦਿਹਾੜੀ ਦੇ ਬਾਰੇ ਆ। ਇਹ ਇੱਕ ਐਸੀ ਰੂਪ ਕਥਾ ਆ ਜੋ ਪ੍ਰਭੂ ਦੀ ਦਇਆ ਦੇ ਬਾਰੇ ਆ, ਜੋ ਪ੍ਰਭੂ ਦੀ ਕਿਰਪਾ ਦੇ ਬਾਰੇ ਆ। ਸਭ ਤੋਂ ਪਹਿਲਾਂ ਜਿਸ ਵੇਲੇ ਅਸੀਂ ਇਹਦੇ ਵਿੱਚ ਦੇਖਦੇ ਹਾਂ ਤਾਂ ਇੱਕ ਸਵੇਰ ਦੀ ਗੱਲ ਕੀਤੀ ਗਈ ਆ ਔਰ ਇੱਕ ਸ਼ਾਮ ਦੀ ਗੱਲ ਕੀਤੀ ਗਈ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਜੋ ਸਵੇਰ ਆ ਉਹ ਇਨਸਾਨ ਦੀ ਜ਼ਿੰਦਗੀ ਆ, ਔਰ ਜੋ ਸ਼ਾਮ ਆ ਉਹ ਇਨਸਾਨ ਦੀ ਮੌਤ ਆ। ਫਿਰ ਅਸੀਂ ਵੱਖਰੇ ਵੱਖਰੇ ਸਮੇਂ 'ਤੇ ਪ੍ਰਭੂ ਦੇ ਲਈ ਕੰਮ ਕਰਦੇ ਲੋਕ ਆਉਂਦੇ ਦੇਖਦੇ ਹਾਂ। ਕੁਛ ਜੋ ਸਵੇਰ ਨੂੰ ਉੱਥੇ ਕੰਮ ਕਰਨ ਦੇ ਲਈ ਸੀ, ਜਿਸ ਤਰ੍ਹਾਂ ਕਿ ਅਸੀਂ ਆਪਣੇ ਜਵਾਨਾਂ ਨੂੰ ਦੇਖਦੇ ਹਾਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਹੁਣੇ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿੱਤਾ, ਜੋ ਆਪਣਾ ਸਮਾਂ ਕੱਢ ਕੇ ਪ੍ਰਭੂ ਦੇ ਲਈ ਕੰਮ ਕਰਦੇ ਪਏ ਆ। ਇਹ ਉਹ ਲੋਕ ਆ ਜਿਨ੍ਹਾਂ ਨੇ ਸਵੇਰੇ ਹੀ ਆਪਣੀ ਜ਼ਿੰਦਗੀ ਦੀ ਸਵੇਰ 'ਚ ਆਪਣਾ ਹੱਥ ਪ੍ਰਭੂ ਦੇ ਹੱਥਾਂ ਦੇ ਵਿੱਚ ਫੜਾ ਦਿੱਤਾ ਔਰ ਪ੍ਰਭੂ ਦੇ ਉਸ ਰਾਜ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਉਹ ਲੋਕ ਸੀ ਕਿ ਜਦ ਪ੍ਰਭੂ ਨੇ ਆਵਾਜ਼ ਦਿੱਤੀ ਤਾਂ ਇਹਨਾਂ ਵਿੱਚੋਂ ਥੋੜ੍ਹੇ, ਇਹ ਨਹੀਂ ਕਿ ਉੱਥੇ ਸਾਰੇ ਨਹੀਂ ਸੀਗੇ, ਉਹਨਾਂ ਵਿੱਚੋਂ ਇਹ ਸਵੇਰੇ ਥੋੜ੍ਹੇ ਹੀ ਉੱਠ ਕੇ ਆਪਣੀ ਜ਼ਿੰਦਗੀ ਦਾ ਪਹਿਲਾ ਫਲ ਇਹਨਾਂ ਨੇ ਪ੍ਰਭੂ ਦੇ ਹੱਥ ਦੇ ਵਿੱਚ ਦੇ ਦਿੱਤਾ ਔਰ ਪ੍ਰਭੂ ਨੇ ਇਹਨਾਂ ਨੂੰ ਆਪਣੇ ਬਾਗ ਦੇ ਵਿੱਚ ਆਪਣੀ ਜੋ ਉਸ ਦਾ ਰਾਜ ਦੇ ਕੰਮ ਦੇ ਵਿੱਚ, ਕਿਉਂਕਿ ਬਾਗ ਜੋ ਦੱਸਿਆ ਗਿਆ ਇਹ ਪ੍ਰਭੂ ਦੇ ਰਾਜ ਦਾ ਕੰਮ ਆ, ਪ੍ਰਭੂ ਨੇ ਇਹਨਾਂ ਨੂੰ ਆਪਣੇ ਰਾਜ ਦੇ ਕੰਮ ਦੇ ਵਿੱਚ ਸ਼ਾਮਲ ਕਰ ਲਿਆ। ਕੁਛ ਨੇ ਸਾਡੇ ਵਰਗਿਆਂ ਨੇ, ਮੇਰੇ ਵਰਗਿਆਂ ਨੇ ਜ਼ਿੰਦਗੀ ਦੀ ਦੁਪਹਿਰ ਦੇ ਵਿੱਚ ਆਪਣਾ ਹੱਥ ਪ੍ਰਭੂ ਦੇ ਹੱਥ ਦੇ ਵਿੱਚ ਫੜਾਇਆ ਕਿ ਤੂੰ ਮੈਨੂੰ ਆਪਣੇ ਰਾਜ ਦੇ ਲਈ ਵਰਤ ਲਾ, ਔਰ ਪ੍ਰਭੂ ਨੇ ਉਹਨਾਂ ਨੂੰ ਆਪਣੇ ਰਾਜ ਦੇ ਕੰਮ ਦੇ ਵਿੱਚ ਲਾ ਲਿਆ। ਕੁਛ ਇੱਕ ਐਸੇ ਸੀਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸ਼ਾਮ ਦੇ ਵਿੱਚ ਆਪਣਾ ਹੱਥ ਪ੍ਰਭੂ ਦੇ ਵਿੱਚ, ਬਜ਼ੁਰਗ ਹੋ ਗਏ, ਸਭ ਕੁਛ ਕਰਕੇ ਦੇਖ ਲਿਆ, ਥੱਕ ਗਏ, ਹਾਰ ਗਏ, ਅਖੀਰ ਦੇ ਵਿੱਚ ਦੁਨੀਆ ਦੇ ਲੋਕਾਂ ਨੇ ਵੀ ਉਹਨਾਂ ਦੀ ਕੋਈ ਕੀਮਤ ਨਹੀਂ ਪਾਈ। ਉਹ ਦੁਨੀਆ ਜਿਨ੍ਹਾਂ ਨੇ ਉਹਨਾਂ ਦੀ ਸਵੇਰ ਚੋਰੀ ਕਰ ਲਈ, ਉਹ ਜਿਨ੍ਹਾਂ ਨੇ ਉਹਨਾਂ ਦੀ ਦੁਪਹਿਰ ਵੀ ਚੋਰੀ ਕਰ ਲਈ, ਜਿਸ ਲਈ ਉਹਨਾਂ ਦੀ ਜ਼ਿੰਦਗੀ ਦੀ ਸ਼ਾਮ ਆਈ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਨਿਕਲਿਆ, ਕਿਉਂਕਿ ਸਾਨੂੰ ਕਿਸੇ ਨੇ ਕੰਮ ਤੇ ਨਹੀਂ ਲਾਇਆ। ਜ਼ਿੰਦਗੀ ਦੇ 11ਵੇਂ ਘੰਟੇ ਦੇ ਵਿੱਚ ਬੈਠੇ ਜਿਨ੍ਹਾਂ ਨੇ ਬਜ਼ੁਰਗ ਹੋ ਕੇ ਬਜ਼ੁਰਗੀ ਦੇ ਵਿੱਚ ਜਾ ਕੇ ਸਭ ਕੁਝ ਕਰਕੇ ਦੇਖ ਲਿਆ ਹੈ ਨਾ, ਫਿਰ ਉਹਨਾਂ ਨੇ ਆਪਣਾ ਹੱਥ ਪ੍ਰਭੂ ਦੇ ਹੱਥ ਦੇ ਵਿੱਚ ਫੜਾਇਆ ਔਰ ਪ੍ਰਭੂ ਦੀ ਦਇਆ ਇਹ ਸੀ, ਉਹਨੇ ਕਿਹਾ ਤੁਸੀਂ ਵੀ ਆ ਜਾਓ। ਸਭ ਤੋਂ ਪਹਿਲਾਂ ਜਿਸ ਲਈ ਅਸੀਂ ਹਿਸਾਬ ਹੁੰਦਾ ਦੇਖਦੇ ਹਾਂ, ਇਹ ਹੈ ਕਿ ਜਿੱਦਾਂ ਉਸਨੇ ਕਿਹਾ ਜਿਹੜੇ ਅਖੀਰ ਦੇ ਵਿੱਚ ਆਏ ਆ, ਇਸੇ ਤਰ੍ਹਾਂ, ਕਿਉਂਕਿ ਉਸ ਹਿਸਾਬ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਖਤਮ ਕਰਾਂਗੇ। ਕੌਣ ਸਾਡੇ ਵਿੱਚ ਬਜ਼ੁਰਗ ਬੈਠਾ ਜਿਹੜਾ ਕਹਿੰਦਾ ਕਿ ਮੈਂ ਉਨੀ ਦੇਰ ਤੱਕ ਜੀਣਾ ਮੰਗਦਾ ਜਿੰਨੀ ਦੇਰ ਤੱਕ ਇਸ ਦੁਨੀਆ ਦੇ ਸਾਰੇ ਜਵਾਨ ਨਹੀਂ ਮਰ ਜਾਂਦੇ? ਇੱਕ ਵੀ ਨਹੀਂ, ਕੋਈ ਨਹੀਂ। ਬਜ਼ੁਰਗਾਂ ਦੇ ਕੰਧੇ ਕਿਸੇ ਨੇ ਕਿਹਾ ਸੀਗਾ ਕਿ ਬਜ਼ੁਰਗਾਂ ਦੇ ਕੰਧੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਚੁੱਕ ਸਕਦੇ, ਲੇਕਿਨ ਆਪਣੇ ਬੱਚਿਆਂ ਦੀ ਅਰਥੀ ਨਹੀਂ ਚੁੱਕ ਸਕਦੇ। ਜਿੱਦਾਂ ਸ਼ਾਮ ਹੋਈ
ਤਾਂ ਅਖੀਰਲੇ ਜਿਨ੍ਹਾਂ ਨੇ ਆਪਣੀ ਬਜ਼ੁਰਗੀ ਦੇ ਵਿੱਚ, ਜਿਨ੍ਹਾਂ ਨੇ ਆਪਣਾ ਸਫ਼ਰ ਖਤਮ ਕਰ ਲਿਆ, ਆਪਣਾ ਇਸ ਧਰਤੀ ਦਾ ਕੰਮ ਖਤਮ ਕਰ ਲਿਆ, ਉਹਨਾਂ ਦਾ ਹਿਸਾਬ ਪਹਿਲਾਂ ਹੋਇਆ। ਮਸੀਹੀ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰੱਖੋ, ਮਸੀਹੀ ਦੀ ਜ਼ਿੰਦਗੀ ਦੇ ਵਿੱਚ ਔਰ ਲੋਕਾਂ ਦੇ ਵਿੱਚ ਇੱਕ ਚੀਜ਼ ਦਾ ਫਰਕ ਆ। ਮਸੀਹੀ ਦੀ ਜ਼ਿੰਦਗੀ ਦੀ ਇੱਕ ਸ਼ਾਮ ਆ, ਪਰ ਦੂਸਰਿਆਂ ਲੋਕਾਂ ਦੀਆਂ ਦੋ ਸ਼ਾਮਾਂ ਆ। ਸ਼ਾਮ ਜੋ ਹੈ ਉਹ ਮੌਤ ਆ। ਇਟਸ ਡਨ। ਪਹਿਲੀ ਸ਼ਾਮ ਜਦੋਂ ਉਸ ਦੀ ਆਈ ਤਾਂ ਪ੍ਰਭੂ ਨੇ ਉਹਨਾਂ ਨੂੰ ਧਰਤੀ ਦੇ ਵਿੱਚ ਉਸ ਘੋਰ ਦੇ ਵਿੱਚ ਨਹੀਂ ਰਹਿਣ ਦਿੱਤਾ। ਜਿਸ ਤਰ੍ਹਾਂ ਅਸੀਂ 16ਵੇਂ ਜ਼ਬੂਰ ਦੇ ਵਿੱਚ ਪੜ੍ਹਿਆ, ਭਾਵੇਂ ਉਹਨਾਂ ਨੇ ਪ੍ਰਭੂ ਦੇ ਘਰ ਦੇ ਵਿੱਚ ਪ੍ਰਭੂ ਦੇ ਲਈ 1 ਘੰਟਾ ਉਹਨਾਂ ਨੇ ਕੰਮ ਕੀਤਾ, ਸਾਰੀ ਜ਼ਿੰਦਗੀ ਬਾਕੀ ਦੀਆਂ ਚੀਜ਼ਾਂ ਦੇ ਵੱਲ ਲਈ, ਸਾਰੀ ਜ਼ਿੰਦਗੀ ਪ੍ਰਭੂ ਨੇ ਕੰਮਾਂ ਦੇ ਉੱਤੇ ਹੀ ਧਿਆਨ ਲਾ ਕੇ ਨਿਗਾਹਤੀ, ਲੇਕਿਨ 1 ਘੰਟਾ ਜ਼ਿੰਦਗੀ ਦਾ ਐਸਾ ਆਇਆ, ਇਹ ਫਿਰ ਇਹ ਕਹਿਤਾ ਕਿ ਚਾਹੇ ਮੇਰੀ ਲੱਤ ਦੁਖਦੀ ਆ, ਚਾਹੇ ਮੇਰੀ ਬਾਂਹ ਦੁਖਦੀ ਆ, ਚਾਹੇ ਮੇਰਾ ਸਿਰ ਦੁਖਦਾ, ਚਾਹੇ ਮੈਨੂੰ ਕੈਂਸਰ ਆ, ਚਾਹੇ ਜੋ ਮਰਜ਼ੀ ਆ, ਚਾਹੇ ਮੈਂ ਬਜ਼ੁਰਗ ਹੋ ਚੁੱਕਾ, ਚਾਹੇ ਮੇਰੀ ਨਜ਼ਰ ਕਮਜ਼ੋਰ ਹੋ ਚੁੱਕੀ ਆ, ਜੋ ਮਰਜ਼ੀ ਆ, ਜਿਹੜਾ ਮੇਰਾ ਬਾਕੀ ਦਾ ਸਮਾਂ, ਮੈਂ ਹੁਣ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ, ਮੈਂ ਹੁਣ ਸਿਰਫ ਪ੍ਰਭੂ ਦੇ ਕੰਮ ਵੱਲ ਧਿਆਨ ਦੇਣਾ। ਮੈਂ ਆਪਣੇ ਗੁਆਂਢੀ ਨੂੰ ਪ੍ਰਭੂ ਦੇ ਬਾਰੇ ਦੱਸਣਾ, ਮੈਂ ਆਪਣੇ ਮਿੱਤਰਾਂ ਨੂੰ ਪ੍ਰਭੂ ਦੇ ਬਾਰੇ ਦੱਸਣਾ, ਮੈਂ ਆਪਣੇ ਦੁਸ਼ਮਣਾਂ ਨੂੰ ਪ੍ਰਭੂ ਦੇ ਬਾਰੇ ਦੱਸਣਾ। ਬਾਕੀ ਦਾ ਸਮਾਂ ਸਿਰਫ ਮੈਂ ਇਹਨਾਂ ਚੀਜ਼ਾਂ 'ਤੇ ਲਾਉਣਾ, ਹੋਰ ਮੈਂ ਆਪਣਾ ਧਿਆਨ ਕਿਤੇ ਨਹੀਂ ਕਰਨਾ। ਔਰ ਉਹ ਜਿਸਲੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਗਏ ਆ, ਖੁਦਾਵੰਦ ਨੇ ਕਿਹਾ, ਆ ਲੈ ਦਿਨਾਰ ਜੋ ਮੈਂ ਤੇਰੇ ਨਾਲ ਕੀਤਾ ਸੀ। ਯੂ ਨੋ ਵਾਟ ਇਜ਼ ਦਿਨਾਰ? ਕੀ ਆ ਦਿਨਾਰ? ਸਦੀਪਕ ਜੀਵਨ, ਸਦਾ ਦੀ ਜ਼ਿੰਦਗੀ, ਇਟਰਨਲ ਲਾਈਫ, ਦਾ ਗਿਫਟ। ਆ ਲੈ ਦਿਨਾਰ, ਆ ਲੈ ਸਦਾ ਦੀ ਜ਼ਿੰਦਗੀ, ਮੈਂ ਤੇਰੇ ਨਾਲ ਕੀਤੀ ਸੀ। ਉਸ ਤੋਂ ਬਾਅਦ ਉਹ ਜੋ ਦੁਪਹਿਰ ਦੇ ਵੇਲੇ ਪ੍ਰਭੂ ਦੀ ਸੇਵਾ ਦੇ ਵਿੱਚ ਲੱਗੇ ਆਏ, ਔਰ ਜਿਸ ਵੇਲੇ ਉਹਨਾਂ ਦਾ ਸਮਾਂ ਪੂਰਾ ਹੋ ਗਿਆ, ਖਤਮ ਹੋ ਗਿਆ, ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਏ। ਆ ਲੈ ਦਿਨਾਰ, ਇਟਰਨਲ ਲਾਈਫ, ਸਦੀਪਕ ਜ਼ਿੰਦਗੀ, ਇਹ ਮੈਂ ਤੇਰੇ ਨਾਲ ਕੀਤੀ ਸੀ, ਇਸ ਨੂੰ ਲੈ ਲਾ। ਉਸ ਤੋਂ ਬਾਅਦ ਜਿਹੜੇ ਜਵਾਨ ਆਏ, ਔਰ ਉਹ ਜਿਸ ਵੇਲੇ ਉਹਨਾਂ ਦਾ ਸਮਾਂ ਇਸ ਧਰਤੀ 'ਤੇ ਪੂਰਾ ਹੋ ਗਿਆ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਗਏ। ਆ ਮੇਰਾ ਪਹਿਲਾ ਇਨਾਮ ਜੋ ਮੈਂ ਤੇਰੇ ਨਾਲ ਕੀਤਾ ਸੀ ਇਸ ਧਰਤੀ 'ਤੇ, ਇਹ ਮੈਂ ਤੇਰੇ ਨਾਲ ਕੀਤਾ ਸੀ, ਤੂੰ ਇਸ ਨੂੰ ਲੈ ਲਾ। ਲੇਕਿਨ ਇਸ ਹਿਸਾਬ ਤੋਂ ਬਾਅਦ ਇੱਕ ਹੋਰ ਵੀ ਹਿਸਾਬ ਆ। ਇਹ ਨਹੀਂ ਕਿ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਆਪਣੀ ਜ਼ਿੰਦਗੀ ਦੀ ਸਵੇਰ ਦੇ ਵਿੱਚ ਪ੍ਰਭੂ ਦੇ ਕੰਮਾਂ ਦੇ ਲਈ ਆਪਣਾ ਹੱਥ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿੱਤਾ, ਉਹ 1 ਦਿਨਾਰ ਹੀ ਉਹਨਾਂ ਦੇ ਲਈ ਨਹੀਂ ਹੋਏਗਾ, ਸਦੀਪਕ ਜੀਵਨ ਹੀ ਨਹੀਂ ਹੋਏਗਾ, ਇਸ ਤੋਂ ਜ਼ਿਆਦਾ ਵੀ ਹੋਏਗਾ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਦੁਪਹਿਰ ਤੋਂ ਪ੍ਰਭੂ ਨੂੰ ਆਪਣਾ ਹੱਥ ਦੇ ਦਿੱਤਾ, ਆਪਣੀ ਜਵਾਨੀ ਦੇ ਵਿੱਚ ਪ੍ਰਭੂ ਦੇ ਆਪਣੇ ਹੱਥ ਨੂੰ ਫੜਾਤਾ ਕਿ ਲੈ ਪ੍ਰਭੂ, ਇਹ ਤੇਰੇ ਦਿੱਤੇ ਹੱਥ ਆ, ਤੇਰੇ ਦਿੱਤੇ ਪੈਰ ਆ, ਇਹ ਤੇਰੇ ਦਿੱਤੇ ਸ਼ਬਦ ਆ, ਤੂੰ ਇਹਨਾਂ ਨੂੰ ਵਰਤ, ਔਰ ਉਹਨਾਂ ਨੂੰ ਉਹਦੇ ਹਿਸਾਬ ਦੇ ਨਾਲ ਇਨਾਮ ਦਿੱਤਾ ਜਾਏਗਾ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸ਼ਾਮ ਦੇ ਵਿੱਚ ਆਪਣਾ ਹੱਥ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿੱਤਾ, ਭਾਵੇਂ ਥੋੜ੍ਹਾ ਚਿਰ ਦਿੱਤਾ, ਉਹਦੇ ਹਿਸਾਬ ਦੇ ਨਾਲ ਉਹਨਾਂ ਦਾ ਹਿਸਾਬ ਕੀਤਾ ਜਾਏਗਾ। ਮੇਰੇ ਨਾਲ ਪਹਿਲਾ ਕੁਰਿੰਥੀਅਸ ਉਸ ਦਾ 3 ਭਾਵ ਉਸ ਦੀ 11 ਤੋਂ 15 ਆਇਤ ਦੇਖੋ, ਕਿਉਂਕਿ ਜੋ ਪਹਿਲਾ ਹਿਸਾਬ ਆ ਉਸ ਦੇ ਨਾਲ ਸਭ ਨੂੰ ਹੀ ਦਿਨਾਰ ਹੀ ਮਿਲੇਗਾ। ਜਿਸ ਦਿਨ ਮੌਤ ਆ ਜਾਏਗੀ, ਕਬਰ ਦੇ ਵਿੱਚ ਸਰੀਰ ਨੂੰ ਰੱਖ ਦਿੱਤਾ ਜਾਏਗਾ, ਜਿਸ ਲਈ ਉਹ ਪ੍ਰਭੂ ਦੀ ਹਜ਼ੂਰੀ 'ਚ ਜਿਸ ਵੇਲੇ ਇੱਥੋਂ ਆਪਣੀ ਉਸ ਝਪਕ, ਜਿਹੜੀ ਪਹਿਲੀ ਝਪਕ ਇੱਥੇ ਅੱਖਾਂ ਮੀਟਾਂਗੇ, ਉੱਥੇ ਅੱਖਾਂ ਖੋਲਾਂਗੇ, ਉਹ ਇਨਾਮ ਸਭ ਨੂੰ ਇੱਕੋ ਬਰਾਬਰ ਹੀ ਮਿਲਣਾ, ਉਹ ਕਿਸੇ ਨੂੰ ਫਰਕ ਨਹੀਂ ਮਿਲਣਾ। ਉਹ ਹੈ ਪਰਮੇਸ਼ਰ ਦੀ ਹਜ਼ੂਰੀ, ਸਦਾ ਦਾ ਜੀਵਨ, ਰੋਸ਼ਨੀ ਦੇ ਵਿੱਚ ਜ਼ਿੰਦਗੀ, ਉਹ ਸਭ ਨੂੰ ਬਰਾਬਰ ਮਿਲਣਾ। ਲੇਕਿਨ ਉਸ ਤੋਂ ਬਾਅਦ ਇੱਕ ਹਿਸਾਬ ਹੋਰ ਵੀ ਆ, ਔਰ ਉਹ ਹਿਸਾਬ ਕੀ ਆ? ਉਹ ਸਭ ਨੂੰ ਆਪਣੀ ਕਿਹੜੇ ਸਮੇਂ ਤੋਂ ਲੈ ਕੇ ਪ੍ਰਭੂ ਦੀ ਸੇਵਾ ਕੀਤੀ ਆ, ਕਿੰਨੀਆਂ ਵਕਤ ਪ੍ਰਭੂ ਦੀ ਸੇਵਾ ਕੀਤੀ ਆ, ਕਿੰਨਾ ਇਹਨਾਂ ਹੱਥਾਂ ਨੂੰ ਪ੍ਰਭੂ ਦੇ ਲਈ ਵਰਤਿਆ, ਉਸ ਦੇ ਨਾਲ 1 Corinthians chapter 3 from verse 11 ਦੇਖੋ ਕੀ ਲਿਖਿਆ। ਪਰਮੇਸ਼ਰ ਨੇ ਜੋ ਨੀਂਹ ਪਹਿਲਾਂ ਹੀ ਰੱਖ ਦਿੱਤੀ, ਅਰਥਾਤ ਯਿਸੂ ਮਸੀਹ, ਉਸ ਤੋਂ ਸਿਵਾਏ ਕੋਈ ਮਨੁੱਖ ਹੋਰ ਨਵੀਂ ਨੀਂਹ ਨਹੀਂ ਰੱਖ ਸਕਦਾ। ਜਿਨ੍ਹਾਂ ਨੂੰ ਉਸਨੇ ਬੁਲਾ ਲਿਆ, ਆਪਣੇ ਖੇਤ ਦੇ ਵਿੱਚ ਲਾ ਲਿਆ, ਉਹ ਇੱਕ ਨੀਂਹ ਆ ਉਸਦੀ, ਉਸ ਤੋਂ ਇਲਾਵਾ ਹੋਰ ਕੋਈ ਨੀਂਹ ਨਹੀਂ। ਇਸ ਤੇ ਫਰਕ ਲੋਕੀ ਫਰਕ ਰੱਦੇ ਰੱਖ ਸਕਦੇ ਹਨ, ਜਿਸ ਨੇ ਸੋਨਾ, ਚਾਂਦੀ, ਕੀਮਤੀ ਪੱਥਰ,
ਲੱਕੜੀ, ਘਾਹ, ਸੁੱਕੇ ਕੱਖਾਂ ਦਾ ਆਦਿ। ਇਹ ਸਾਡੇ ਕੰਮ ਆ। ਸਾਡੇ ਵਿੱਚ ਅਸੀਂ ਐਸੇ ਵੀ ਹੋ ਸਕਦੇ, ਮੈਂ ਐਸਾ ਵੀ ਹੋ ਸਕਦਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਇਹ ਕੱਖ ਕਾਨ ਇਕੱਠੇ ਕਰਦਾ ਰਵਾਂ ਔਰ ਉਹਨਾਂ ਨਾਲ ਦੇਖਦਾ ਰਵਾਂ, ਲੱਕੜੀ ਦੇ ਘਰ ਦੇ ਬਣਾ ਲਵਾਂ, ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦਾ ਰਵਾਂ ਕਿ ਮੈਂ ਕੀ ਕੁਛ ਬਣਾ ਲਿਆ। ਏਕੜਾਂ 'ਚ ਨਹੀਂ, ਮੀਲਾਂ ਦੇ ਵਿੱਚ ਆਪਣੀ ਜ਼ਮੀਨ ਬਣਾ ਲਵਾਂ ਔਰ ਕਵਾਂ ਦੇਖ ਮੈਂ ਕਿੰਨਾ ਬਣਾ ਲਿਆ। ਲੇਕਿਨ ਵਚਨ 'ਚ ਇੱਕ ਚੀਜ਼ ਕਹੀ ਆ ਕਿ ਜਦ ਅਖੀਰਲਾ ਫੈਸਲਾ ਆਏਗਾ ਤੇ ਖੁਦਾਵੰਦ ਇਸ ਧਰਤੀ ਨੂੰ ਇੱਕ ਕਾਗਜ਼ ਦੀ ਤਰ੍ਹਾਂ ਮਰੋੜ ਕੇ ਪਿੱਛੇ ਸੁੱਟ ਦੇਗਾ। ਕੁਛ ਨਹੀਂ ਬਾਕੀ, ਪਿੱਛੇ ਦੇਖਣ ਨੂੰ ਕੱਖ ਨਹੀਂ ਬਚੇਗਾ। ਔਰ ਦੇਖੋ, ਰੱਖ ਸਕਦੇ ਹਨ ਜਿਵੇਂ ਸੋਨਾ, ਚਾਂਦੀ, ਕੀਮਤੀ ਪੱਥਰ, ਲੱਕੜੀ, ਘਾਹ, ਸੁੱਕੇ ਕੱਖਾਂ ਦਾ ਆਦਿ। ਹਰ ਇੱਕ ਦੇ ਕੰਮ ਦੀ ਅਸਲੀਅਤ ਦਾ ਪਤਾ ਨਿਆਂ ਵਾਲੇ ਦਿਨ ਲੱਗੇਗਾ। ਉਸ ਦਿਨ ਅੱਗ ਹਰ ਇੱਕ ਮਨੁੱਖ ਦੇ ਕੰਮ ਨੂੰ ਪ੍ਰਗਟ ਕਰੇਗੀ ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਉਸ ਦੀ ਪ੍ਰੀਖਿਆ ਲਵੇਗੀ। ਇਸ ਪ੍ਰੀਖਿਆ ਦੇ ਵਿੱਚ ਜੇਕਰ ਕਿਸੇ ਮਨੁੱਖ ਦੀ ਉਸਾਰੀ ਦਾ ਕੰਮ ਟਿਕਿਆ ਰਹੇਗਾ ਤਾਂ ਉਸ ਨੂੰ ਉਸ ਦੇ ਚੰਗੇ ਕੰਮ ਦਾ ਮਿਹਤਾਨਾ ਮਿਲੇਗਾ। ਦੂਜੇ ਪਾਸੇ ਜੇਕਰ ਕਿਸੇ ਮਨੁੱਖ ਦਾ ਕੰਮ ਅੱਗ ਦੇ ਵਿੱਚ ਭਸਮ ਹੋ ਜਾਵੇਗਾ ਤਾਂ ਉਸ ਦਾ ਮਿਹਤਾਨਾ ਨਹੀਂ ਮਿਲੇਗਾ, ਪਰ ਉਹ ਆਪ ਅੱਗ ਦੇ ਵਿੱਚੋਂ ਨਿਕਲੇ ਹੋਏ ਆਦਮੀ ਦੀ ਤਰ੍ਹਾਂ ਬਚ ਜਾਏਗਾ, ਅਰਥਾਤ ਇੱਕ ਦਿਨਾਰੀ। ਇੱਕ ਦਿਨਾਰੀ ਉਹ ਉਸ ਤਰ੍ਹਾਂ ਬਚ ਜਾਏਗਾ। ਔਰ ਜਿਸ ਵੇਲੇ ਪ੍ਰਭੂ ਨੇ ਇਹ ਰੂਪ ਕਥਾ ਆਪਣੇ ਚੇਲਿਆਂ ਨੂੰ ਸੁਣਾਈ ਔਰ ਉਹ ਉਹਨਾਂ ਨੂੰ ਉਸ ਚੀਜ਼ ਤੋਂ ਵਰਜਿਤ ਕਰ ਰਹੇ ਸੀ ਜੋ ਕੰਮ ਉਹ ਅੱਗੇ ਕਰਨ ਜਾ ਰਹੇ ਸੀ। ਇਹ ਰੂਪ ਕਥਾ ਸੁਣਾਉਣ ਦਾ ਅਰਥ ਸਿਰਫ ਇੱਕੋ ਹੀ ਸੀ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਚੇਲੇ ਕੀ ਕਰਨ ਜਾ ਰਹੇ ਆ, ਹੁਣ ਅਗਲਾ ਕਦਮ ਕੀ ਚੁੱਕਣ ਜਾ ਰਹੇ ਆ। ਅਸੀਂ ਵਚਨ ਦੇ ਵਿੱਚ ਦੱਸਦੇ ਹਾਂ, ਫਿਰ ਖੁਦਾਵੰਦ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਸਲੀਬ ਦਿੱਤਾ ਜਾਵਾਂਗਾ। ਜਿਸ ਵੇਲੇ ਅਸੀਂ ਮੱਤੀ ਦਾ 20ਵਾਂ ਭਾਵ ਉਸ ਦੀ 17ਵੀਂ ਆਇਤ ਤੋਂ ਦੇਖਦੇ ਹਾਂ ਕਿ ਜਦੋਂ ਯਿਸੂ ਯਰੂਸ਼ਲਮ ਵੱਲ ਜਾ ਰਹੇ ਸਨ ਤਾਂ ਉਹ ਰਾਹ ਵਿੱਚ 12 ਚੇਲਿਆਂ ਨੂੰ ਇੱਕ ਪਾਸੇ ਇਕਾਂਤ ਦੇ ਵਿੱਚ ਲੈ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ, ਦੇਖੋ ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ, ਉੱਥੇ ਮਨੁੱਖ ਦਾ ਪੁੱਤਰ ਮਹਾਂਪੁਰੋਤਾਂ ਅਤੇ ਧਰਮ ਗ੍ਰੰਥੀਆਂ ਦੇ ਹੱਥੀਂ ਦਿੱਤਾ ਜਾਵੇਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ। ਫਿਰ ਉਹ ਇਸ ਨੂੰ ਪਰਾਈਆਂ ਕੌਮਾਂ ਦੇ ਹੱਥੀਂ ਦੇਣਗੇ। ਉਹ ਉਸ ਨੂੰ ਠੱਠੇ ਕਰਨਗੇ, ਕੋਰੜੇ ਮਾਰਨਗੇ ਔਰ ਅੰਤ ਦੇ ਵਿੱਚ ਉਸ ਨੂੰ ਸਲੀਬ ਦੇ ਉੱਤੇ ਟੰਗ ਦੇਣਗੇ, ਪਰ ਉਹ ਤੀਜੇ ਦਿਨ ਫਿਰ ਜਿੰਦਾ ਕੀਤਾ ਜਾਵੇਗਾ। ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਪਰਪਸ ਦੱਸ ਰਹੇ ਆ, ਆਉਣ ਵਾਲੇ ਦਿਨਾਂ ਦੇ ਬਾਰੇ ਦੱਸ ਰਹੇ ਆ ਕਿ ਇਹ ਕੁਛ ਹੋਏਗਾ। ਪਰ ਚੇਲਿਆਂ ਦੇ ਮਨ ਦੇ ਵਿੱਚ ਹਾਲੇ ਵੀ ਭੈੜ ਆ। ਉਹਨਾਂ ਦੇ ਮਨ ਦੇ ਵਿੱਚ ਹਾਲੇ ਵੀ ਭੈੜ ਆ, ਉਹ ਹਾਲੇ ਵੀ ਇਸ ਚੀਜ਼ ਨੂੰ ਨਹੀਂ ਸਮਝੇ। ਔਰ ਦੇਖੋ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਕੰਮ ਕੀਤਾ, ਜਬਦੀ ਦੀ ਪਤਨੀ ਆਪਣੇ ਦੋਹਾਂ ਪੁੱਤਰਾਂ ਦੇ ਨਾਲ ਯਿਸੂ ਦੇ ਕੋਲ ਆਈ। ਉਸਨੇ ਯਿਸੂ ਦੇ ਅੱਗੇ ਗੋਡੇ ਟੇਕ ਕੇ ਬੇਨਤੀ ਕੀਤੀ। ਯਿਸੂ ਨੇ ਉਸ ਨੂੰ ਪੁੱਛਿਆ, ਤੂੰ ਕੀ ਚਾਹੁੰਦੀ ਹੈ? ਉਸਨੇ ਉੱਤਰ ਦਿੱਤਾ, ਮੈਨੂੰ ਵਚਨ ਦੇਵੋ ਕਿ ਮੇਰੇ ਇਹ ਦੋਵੇਂ ਪੁੱਤਰ ਤੁਹਾਡੇ ਰਾਜ ਦੇ ਵਿੱਚ, ਇੱਕ ਤੁਹਾਡੇ ਸੱਜੇ ਤੇ ਦੂਜਾ ਤੁਹਾਡੇ ਖੱਬੇ ਬੈਠੇ। ਔਰ ਉਹ ਕੋਈ ਅਸਮਾਨੀ ਗੱਲ ਨਹੀਂ ਕਰਦੀ ਪਈ, ਉਹ ਧਰਤੀ ਦੀ ਗੱਲ ਹੀ ਕਰਦੀ ਪਈ। ਉਹ ਸਮਝਦੀ ਪਈ ਹੈ ਕਿ ਸਾਰਾ ਰਾਜ ਧਰਤੀ ਦਾ ਹੀ ਆ। ਔਰ ਜਿਸ ਵੇਲੇ ਚੇਲੇ ਬਾਰ-ਬਾਰ ਚੇਲਿਆਂ ਨੂੰ ਆਪਣੀ ਮੌਤ ਦੇ ਬਾਰੇ ਦੱਸਦੇ ਪਏ ਆ ਤਾਂ ਇਹਨਾਂ ਦੋਵਾਂ ਚੇਲਿਆਂ ਦੇ ਮਨ ਦੇ ਵਿੱਚ ਇੱਕ ਚੀਜ਼ ਆ ਗਈ, ਇਹਨੇ ਤਾਂ ਜੇ ਕਹਿ ਰਿਹਾ ਇਹਨੇ ਤਾਂ ਮਰ ਜਾਣਾ, ਤਾਂ ਗੱਦੀ ਕਿਹਨੂੰ ਮਿਲੂਗੀ? ਗੱਦੀ ਕਿਹਨੂੰ ਮਿਲੂਗੀ? ਉਹ ਪਰਮ ਥਾਵਾਂ ਕੌਣ ਬਣਾਊਗਾ ਕਿ ਇੱਥੇ ਯਿਸੂ ਮਸੀਹ ਨੇ ਅੰਨੇ ਨੂੰ ਠੀਕ ਕੀਤਾ ਸੀ ਔਰ ਲੋਕ ਉੱਥੇ ਪੈਸੇ ਚੜਾਉਂਦੇ ਪਏ ਆ। ਇੱਥੇ ਯਿਸੂ ਮਸੀਹ ਨੇ ਮੁਰਦੇ ਨੂੰ ਜੀਵਨ ਦਿੱਤਾ ਸੀ, ਲਾਜ਼ਰ ਜਿੰਦਾ ਕੀਤਾ ਸੀਗਾ ਔਰ ਉਸ ਮੰਦਿਰ ਦੇ ਵਿੱਚ ਲੋਕ ਪੈਸੇ ਚੜਾਉਂਦੇ ਪਏ ਆ। ਉਹ ਸਾਰੇ ਧਨ ਮਾਲ ਕਿਹਨੂੰ ਮਿਲੂਗਾ? ਉਹਨਾਂ ਦੇ ਮਨ ਦੇ ਵਿੱਚ ਸਿਰਫ ਇਹੋ ਹੀ ਆ, ਗੱਦੀ ਕਿਹਨੂੰ ਦੇ ਕੇ ਜਾਏਗਾ? ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਮੰਗ ਰਹੇ ਹੋ? ਕੀ ਤੁਸੀਂ ਇਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣ ਵਾਲਾ ਹਾਂ? ਔਰ ਉਹਨਾਂ ਨੂੰ ਕੁਛ ਨਹੀਂ ਪਤਾ ਕੀ ਗੱਲ ਦਾ ਜਵਾਬ ਕੀ ਦੇ ਰਹੇ ਆ। ਹਾਂ, ਗੱਦੀ ਦੇ ਦੇ, ਉਹ ਅਸੀਂ ਪੀ ਲਾਂਗੇ।
ਯਿਸੂ ਨੇ ਉਹਨਾਂ ਨੂੰ ਕਿਹਾ, ਹਾਂ ਇਹ ਠੀਕ ਹੈ ਕਿ ਤੁਸੀਂ ਮੇਰੇ ਪਿਆਲੇ ਦੇ ਵਿੱਚੋਂ ਪੀਵੋਗੇ, ਪਰ ਆਪਣੇ ਸੱਜੇ ਜਾਂ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਹੈ। ਇਹ ਥਾਵਾਂ ਉਹਨਾਂ ਦੇ ਲਈ ਹਨ ਜਿਨ੍ਹਾਂ ਲਈ ਇਹ ਮੇਰਾ ਪਿਤਾ ਨੇ ਤਿਆਰ ਕੀਤੀਆਂ ਹਨ। ਅਤੇ ਉਹ ਕੌਣ ਜਿਨ੍ਹਾਂ ਦੇ ਲਈ ਇਹ ਤਿਆਰ ਕੀਤੀਆਂ? ਪਹਿਲਾਂ ਅਸੀਂ ਦੇਖਿਆ ਸੀ ਕਿ ਜਿਨ੍ਹਾਂ ਸਾਰਿਆਂ ਨੂੰ ਇੱਕ ਦਿਨਾਰੀ ਮਿਲੀ, ਔਰ ਦੂਸਰਾ ਅਸੀਂ ਦੇਖਿਆ ਕਿ ਜਿਸਲੇ ਕੰਮਾਂ ਦੇ ਹਿਸਾਬ ਦੇ ਨਾਲ ਸਾਰਿਆਂ ਨੂੰ ਮਹਿਤਾਨਾ ਮਿਲਿਆ। ਅਸੀਂ ਮਹਿਤਾਨਾ ਮਿਲਿਆ ਜੋ ਸਵੇਰ ਤੋਂ ਸੋਨਾ ਆਪਣੀ ਜ਼ਿੰਦਗੀ ਤੋਂ ਪ੍ਰਭੂ ਦੇ ਲਈ ਸੋਨਾ ਚਾਂਦੀ ਹੀਰੇ ਮੋਤੀ ਇਕੱਠੇ ਕਰਦੇ ਪਏ ਆ, ਉਹਨਾਂ ਨੂੰ ਉਸ ਹਿਸਾਬ ਦੇ ਨਾਲ ਮਹਿਤਾਨਾ ਮਿਲਿਆ, ਉਹਨਾਂ ਨੂੰ ਉਸ ਹਿਸਾਬ ਦੇ ਨਾਲ ਉਹ ਜਗ੍ਹਾ ਮਿਲੀ ਜੋ ਪ੍ਰਭੂ ਨੇ ਤਿਆਰ ਕੀਤੀਆਂ ਆ, ਕਿ ਜੋ ਸਵੇਰ ਆਪਣੀ ਜ਼ਿੰਦਗੀ ਦੇ ਸਵੇਰ ਤੋਂ ਮੇਰੇ ਹੱਥ ਦੇ ਵਿੱਚ ਦੇਣਗੇ, ਇਹ ਜਗ੍ਹਾ ਮੈਂ ਉਹਨਾਂ ਦੇ ਅਨੰਤ ਜੀਵਨ ਦੇ ਲਈ ਤਿਆਰ ਕੀਤੀ ਆ। ਇਹ ਜ਼ਿੰਦਗੀ ਦਾ ਥੋੜ੍ਹਾ ਜਿਹਾ ਸਾਡੇ ਕੋਲ ਸਮਾਂ ਹੁੰਦਾ, ਅਸੀਂ ਇੱਕ ਦੂਜੇ ਦੇ ਅਹੁਦੇ ਨੂੰ ਦੇਖ ਕੇ ਸੜ ਮਰਦੇ ਜਾਂਦੇ ਹਾਂ। 100 ਸਾਲ ਨਹੀਂ, ਇਸ ਜ਼ਿੰਦਗੀ ਵੱਧ ਤੋਂ ਵੱਧ 100 ਸਾਲ ਆ, ਜਿੰਨੀਆਂ ਮਰਜ਼ੀ ਦਵਾਈਆਂ ਜੋ ਮਰਜ਼ੀ, 100 ਸਾਲ ਆ ਵੱਧ ਤੋਂ ਵੱਧ, ਇੱਕ ਦੂਜੇ ਦੇ ਅਹੁਦੇ ਨੂੰ ਦੇਖ ਕੇ ਸੜਦੇ ਹਾਂ। ਔਰ ਜਿਸ ਵੇਲੇ ਬੁੱਢੇ ਹੋ ਜਾਂਦੇ ਹਾਂ, ਸਾਨੂੰ ਚੇਤਾ ਵੀ ਨਹੀਂ ਹੁੰਦਾ, ਤਾਂ ਵੀ ਸਾਨੂੰ ਪੁਰਾਣੀਆਂ ਗੱਲਾਂ ਕਰਕੇ ਅਸੀਂ ਉਹਨਾਂ ਨੂੰ ਗਾਲਾਂ ਕੱਢਦੇ ਹਾਂ। ਉਹ ਵਿਚਾਰਿਆਂ ਉਹ ਆਪਣਾ ਆਨੰਦ ਮਾਣ ਰਹੇ ਹੁੰਦੇ ਆ। ਅਨੰਤ ਜੀਵਨ 'ਚ ਕੀ ਹਾਲ ਹੋਏਗਾ? ਔਰ ਜਿਸ ਵੇਲੇ ਅਸੀਂ ਉਹਨਾਂ ਲੋਕਾਂ ਨੂੰ ਪ੍ਰਭੂ ਦੇ ਰਾਜ ਦੇ ਵਿੱਚ ਅੱਗੇ ਲੰਘਦਾ ਉੱਥੇ ਦੇਖਾਂਗੇ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਨੇੜਤਾ, ਇਹ ਗੱਲ ਹੈ ਨੇੜਤਾ ਦੀ, ਆਪਣੇ ਸੱਜੇ ਔਰ ਖੱਬੇ ਆਪਣੀ ਨੇੜਤਾ ਦੀ। ਖੁਦਾਵੰਦ ਦੇ ਘਰ ਦੇ ਵਿੱਚ ਬਰਾਬਰੀ ਨਹੀਂ ਗੀ, ਉੱਥੇ ਜਾ ਕੇ ਸਾਰੇ ਬਰਾਬਰ ਨਹੀਂ ਗੇ। ਇਹ ਗੱਲ ਸਾਨੂੰ ਭੁੱਲ ਜਾਣੀ ਚਾਹੀਦੀ ਆ। ਜਿੱਥੇ ਜਿੱਥੇ ਜਿਹਨੇ ਜਿੱਦਾਂ ਦਾ ਕੰਮ ਕੀਤਾ, ਉਨੀ ਨਜ਼ਦੀਕੀ ਦੇ ਵਿੱਚ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਹੋਏਗਾ। ਅਗਰ ਧਿਆਨ ਦੇ ਨਾਲ ਬਾਈਬਲ ਪੜ੍ਹੋ, ਉੱਥੇ ਸਰਕਲ ਆ ਲੋਕਾਂ ਦੇ, ਔਰ ਫਿਰ ਦੱਸਿਆ ਗਿਆ ਕਿ ਬਹੁਤ ਸਾਰੇ ਲੋਕ ਬਾਹਰ ਖੜੇ ਆ, ਬਹੁਤ ਸਾਰੇ ਲੋਕ ਉਸ ਯਰੂਸ਼ਲਮ ਦੇ ਅੰਦਰ ਆ। ਇੱਥੇ ਸਾਡੇ ਹੱਥ ਕੀ ਕਰਦੇ ਪਏ ਆ? ਇੱਥੇ ਸਾਡੇ ਪੈਰ ਕੀ ਕਰਦੇ ਪਏ ਆ? ਇੱਥੇ ਸਾਡੇ ਸ਼ਬਦ ਕੀ ਕਰਦੇ ਪਏ ਆ? ਇਹਨਾਂ ਦਾ ਹਿਸਾਬ ਇਹੋ ਹੀ ਸੋਨਾ, ਇਹੋ ਹੀ ਚਾਂਦੀ ਆ, ਇਹੋ ਹੀ ਕੀਮਤੀ ਪੱਥਰ ਆ। ਸੋ ਪ੍ਰਭੂ ਉਹਨਾਂ ਨੂੰ ਕਹਿ ਰਹੇ ਆ, ਇਹ ਮੇਰੇ ਪਿਤਾ ਨੇ ਜਗ੍ਹਾਵਾਂ ਤਿਆਰ ਕੀਤੀਆਂ, ਇਹ ਉਹਨਾਂ ਨੂੰ ਹੀ ਮਿਲਣਗੀਆਂ। 24ਵੀਂ ਆਏ ਜਦੋਂ ਬਾਕੀ ਦੇ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਦੋਵਾਂ ਭਰਾਵਾਂ ਤੇ ਬਹੁਤ ਨਾਰਾਜ਼ ਹੋਏ। ਆ ਦੇਖ ਲਓ ਪ੍ਰਭੂ ਯਿਸੂ ਮਸੀਹ ਦੀ ਚਰਚ, ਪ੍ਰਭੂ ਆਪ ਉਹਨਾਂ 'ਚ ਬੈਠੇ ਤਾਂ ਸਿਰਫ 12 ਹੀ ਆ ਹਾਲੇ, ਉਹਨਾਂ 12 ਦੀ ਨਹੀਂ ਬਣਦੀ ਪਈ, ਤਾਂ ਸਾਡਾ ਕੀ ਹਾਲ ਹੋਊਗਾ? ਇਹ ਖਿੱਚ ਉਦੋਂ ਦੀ ਸ਼ੁਰੂ ਹੋਈ ਹੋ, ਤਾਂ ਸਾਡਾ ਧਿਆਨ ਜਾਂ ਤਾਂ ਇਸ ਖਿੱਚ ਵੱਲ ਧਿਆਨ ਲਾ ਰੱਖੀਏ, ਜਾਂ ਜਿਹੜਾ ਪ੍ਰਭੂ ਨੇ ਕੰਮ ਦਿੱਤਾ ਉਹਨੂੰ ਚੁੱਪ-ਚਾਪ ਕਰਦੇ ਰਹੀਏ। ਜਿੰਨਾ ਪ੍ਰਭੂ ਨੇ ਦਿੱਤਾ, ਜਿੰਨਾ ਤੋੜਾ ਦਿੱਤਾ, ਉਸ ਤੋੜੇ ਨੂੰ ਲੈ ਕੇ ਤੁਰੇ ਰਹੋ। ਜੋ ਪ੍ਰਭੂ ਨੇ ਬਰਕਤ ਦਿੱਤੀ ਆ, ਉਸ ਨੂੰ ਲੈ ਕੇ ਚੁੱਪ ਕਰਕੇ ਤੁਰੇ ਰਹੋ। ਉਹਨਾਂ ਦੇ ਨਾਲ ਨਾਰਾਜ਼ ਹੋਏ, ਪਰ ਯਿਸੂ ਨੇ ਉਹਨਾਂ ਸਾਰਿਆਂ ਨੂੰ ਕੋਲ ਸੱਦਿਆ ਤੇ ਕਿਹਾ, ਤੁਸੀਂ ਜਾਣਦੇ ਹੋ ਲੋਕਾਂ ਦੇ ਹਾਕਮ ਉਹਨਾਂ ਦੇ ਉੱਤੇ ਹੁਕਮ ਚਲਾਉਂਦੇ ਹਨ, ਉਹਨਾਂ ਦੇ ਨੇਤਾ ਉਹਨਾਂ ਦੇ ਉੱਤੇ ਅਧਿਕਾਰ ਰੱਖਦੇ ਹਨ, ਪਰ ਤੁਹਾਡੇ ਵਿੱਚ ਕੋਈ ਅਜਿਹਾ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ ਤਾਂ ਉਹ ਦੂਜਿਆਂ ਦਾ ਸੇਵਾਦਾਰ ਬਣੇ। ਇਸੇ ਤਰ੍ਹਾਂ ਜੇਕਰ ਤੁਹਾਡੇ ਵਿੱਚੋਂ ਕੋਈ ਨੇਤਾ ਬਣਨਾ ਚਾਹੇ ਤਾਂ ਉਹ ਦਾਸ ਬਣੇ। ਮਨੁੱਖ ਦਾ ਪੁੱਤਰ ਵੀ ਇਸ ਤਰ੍ਹਾਂ ਸੇਵਾ ਕਰਵਾਉਣ ਦੇ ਲਈ ਨਹੀਂ ਆਇਆ, ਉਹ ਸੇਵਾ ਕਰਨ ਅਤੇ ਬਹੁਤਿਆਂ ਲੋਕਾਂ ਦੀ ਮੁਕਤੀ ਦਾ ਮੁੱਲ ਚੁਕਾਉਣ ਦੇ ਲਈ ਆਪਣੀ ਜਾਨ ਦੇਣ ਦੇ ਲਈ ਆਇਆ। ਉਹ ਦਿਨਾਰੀਆਂ ਇਕੱਠੀਆਂ ਕਰਨ ਆਇਆ, ਉਹ ਦਿਨਾਰ ਇਕੱਠੇ ਕਰਨ ਆਇਆ, ਔਰ ਉਹ ਦਿਨਾਰ ਜੋ ਪਹਿਲੀ ਕੀਮਤ ਆ ਉਹ ਨਾਲ ਲੈ ਕੇ ਆਇਆ, ਔਰ ਸਲੀਬ ਦੇ ਉੱਤੇ ਉਹ ਸਾਰੇ ਦਿਨਾਰ ਉਸ ਮੌਤ ਨੂੰ ਦੇ ਦੇਗਾ, ਔਰ ਫਿਰ ਇੱਕ ਇੱਕ ਕਰਕੇ ਉਹਨਾਂ ਨੂੰ ਬਚਾਉਂਦਾ ਜਾਏਗਾ। ਇਸ ਕਰਕੇ ਆਇਆ। That was the purpose of Jesus Christ coming. ਇਹ ਉਸ ਦੇ ਆਉਣ ਦਾ ਮਕਸਦ ਸੀ ਕਿ ਸਾਨੂੰ ਅਨੰਤ ਜੀਵਨ ਮਿਲੇ, ਸਾਡਾ ਦਿਨਾਰ ਉਹ ਦੇ ਸਕੇ। ਉਸਨੇ ਸਾਡੇ ਦਿਨਾਰੀਆਂ ਦਿੱਤੀਆਂ, ਉਸਨੇ ਸਾਡੀ ਜਾਨ, ਸਾਡੀ ਮੁਕਤੀ ਦਾ ਮੁੱਲ ਦਿੱਤਾ। ਸਭ ਜਿੰਨੇ ਵੀ ਪ੍ਰਭੂ ਦੇ ਲੋਕ ਆਏ ਆ,
ਮਹਾਨ ਗ੍ਰੰਥ ਲਿਖਿਆ, ਸਭ ਨੂੰ ਬਈ ਸਭ ਨੂੰ ਮੇਰਾ ਪ੍ਰਣਾਮ। ਪਰ ਜਿਹੜਾ ਮਸੀਹ ਦੇ ਆਉਣ ਦਾ ਜਿਹੜਾ ਪਰਪਸ, ਜਿਹੜਾ ਮਸੀਹ ਦੇ ਆਉਣ ਦਾ ਮਕਸਦ ਇਹ ਸੀ ਕਿ ਮਨੁੱਖ ਨੂੰ ਮੁਕਤੀ ਮਿਲੇ, ਇਨਸਾਨ ਦੀ ਜਾਤ ਨੂੰ ਮੁਕਤੀ ਮਿਲੇ, ਇਨਸਾਨ ਦੀ ਜਾਤ ਜੀਵਨ ਮਰਨ ਦੇ ਚੱਕਰਾਂ ਦੇ ਵਿੱਚ ਨਾ ਫਿਰੇ, ਇਨਸਾਨ ਦੀ ਜਾਤ ਉਸ ਭੁਲੇਖੇ ਵਿੱਚ ਨਾ ਰਹੇ ਕਿ ਇਹ ਮਰ ਗਿਆ, ਹੁਣ ਇਹ ਸਵਰਗ ਨੂੰ ਗਿਆ, ਇਹ ਨਰਕ ਨੂੰ ਗਿਆ, ਜਾਂ ਇਹ ਕਿਹੜੀ ਜੂਨ ਦੇ ਵਿੱਚ ਪਿਆ। ਇਹ ਮਕਸਦ ਨਹੀਂ ਸੀ। ਜੋ ਇਨਸਾਨ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈਂਦਾ, ਜੋ ਅਸੀਂ ਅੱਜ ਪ੍ਰਭੂ ਦੇ ਵਚਨ ਦੇ ਵਿੱਚੋਂ ਪੜ੍ਹਿਆ, ਪ੍ਰਭੂ ਨੇ ਦੱਸਿਆ ਕਿ ਜੋ ਵੀ ਮੇਰੇ ਬਾਗ ਦੇ ਵਿੱਚ ਆਉਂਦਾ, ਜਿਸਲੇ ਮੈਂ ਆਵਾਜ਼ ਦਿੰਨਾ, ਔਰ ਮੈਂ ਬਾਰ-ਬਾਰ ਆਵਾਜ਼ ਦਿੰਨਾ, ਤੁਹਾਡੀ ਕੀਮਤ 8 ਸਾਬਣ ਦੀਆਂ ਚਾਕੀਆਂ, 1 ਪਾਣੀ ਦੀ ਬਾਲਟੀ, 1 ਲੋਹੇ ਦੀ ਨੇਲ ਤੇ 1 ਤੀਲਾਂ ਦੀ ਡੱਬੀ ਨਹੀਂ। ਇਹ ਤੁਹਾਡੀ ਕੀਮਤ ਨਹੀਂ। ਤੁਸੀਂ ਬੱਚੇ ਆ, ਤੁਸੀਂ ਮੇਰੇ ਬੱਚੇ ਆ। ਔਰ ਜਦ ਮੈਂ ਤੁਹਾਨੂੰ ਆਵਾਜ਼ ਦੇ ਕੇ ਆਪਣੇ ਬਾਗ ਦੇ ਵਿੱਚ ਬੁਲਾਉਣਾ, ਜਿਹੜਾ ਆਉਂਦਾ ਉਸ ਨੂੰ ਬਰਕਤ ਮਿਲਦੀ ਆ, ਉਸ ਨੂੰ ਦਿਨਾਰੀ ਮਿਲਦੀ ਆ, ਉਸ ਨੂੰ ਅਨੰਤ ਜੀਵਨ ਮਿਲਦਾ। ਮੈਂ ਬਾਰ-ਬਾਰ ਆਉਣਾ, ਮੈਂ ਤੇਰੀ ਜ਼ਿੰਦਗੀ ਦੇ ਸਵੇਰ ਦੇ ਵਿੱਚ ਆਉਣਾ, ਤੈਨੂੰ ਆਵਾਜ਼ ਦਿੰਨਾ। ਤੂੰ ਥੱਕ ਜਾਣਾ, ਮੈਂ ਨਹੀਂ ਥੱਕਦਾ। ਮੈਂ ਤੇਰੀ ਜ਼ਿੰਦਗੀ ਦੇ ਦੁਪਹਿਰ ਦੇ ਵਿੱਚ ਆ ਕੇ ਤੈਨੂੰ ਆਵਾਜ਼ ਦਿੰਨਾ ਕਿ ਆ ਜਾ। ਜੇ ਤੂੰ ਆਉਣਾ ਤਾਂ ਤੈਨੂੰ ਮੈਂ ਉਹਦੇ ਹਿਸਾਬ ਦੇ ਨਾਲ ਤੈਨੂੰ ਪਹਿਲਾ ਇਨਾਮ ਇਹ ਦਿੰਨਾ ਕਿ ਉਹ ਦਿਨਾਰੀ ਤੈਨੂੰ ਅਨੰਤ ਜੀਵਨ ਦਿੰਨਾ। ਤੇਰੀ ਜ਼ਿੰਦਗੀ ਦੇ ਬੁਢਾਪੇ ਦੇ ਵਿੱਚ ਮੈਂ ਤੇਰੇ ਕੋਲ ਆਉਣਾ, ਮੈਂ ਤੈਨੂੰ ਫੇਰ ਆਵਾਜ਼ ਦਿੰਨਾ ਕਿ ਤੂੰ ਆ ਜਾ, ਆ ਲੈ। ਮੈਂ ਤੈਨੂੰ ਕੋਈ ਨਹੀਂ ਮੰਗਦਾ ਪਿਆ। ਤੂੰ ਬਹੁਤ ਦੁਨੀਆ ਨੂੰ ਪੈਦਾ ਕਰਕੇ ਦਿੱਤਾ, ਪਰ ਤੈਨੂੰ ਅੱਜ ਕੋਈ ਨਹੀਂ ਮੰਗਦਾ ਪਿਆ। ਤੂੰ ਆ ਜਾ, ਮੇਰੇ ਕੋਲ ਆ ਜਾ, ਦੇਖ ਮੈਂ ਤੇਰੇ ਲਈ ਕੀ ਕਰਦਾ। ਔਰ ਸਭ ਤੋਂ ਪਹਿਲਾ ਜਿਹੜਾ ਇਨਾਮ ਆ, ਜਿਸ ਲਈ ਇਸ ਜ਼ਿੰਦਗੀ ਨੂੰ ਤੂੰ ਪੂਰਾ ਕਰੇਂਗਾ, ਮੈਂ ਤੈਨੂੰ ਦਵਾਂਗਾ ਔਰ ਬਰਾਬਰ ਦਊਂਗਾ, ਅਨੰਤ ਜੀਵਨ ਦਊਂਗਾ। ਪਰ ਆ ਜਾ, ਆ ਜਾ। ਇਹ ਆ ਸਾਡੇ ਬਾਪ ਦੀ ਕੀਮਤ ਸਾਡੇ ਲਈ, ਕਿ ਉਸਨੇ ਆਪਣਾ ਇਕਲੌਤਾ ਪੁੱਤਰ ਸਲੀਬ ਤੇ ਚੜਾ ਕੇ ਉਸ ਵੈਰੀ ਨੂੰ ਸਾਰੀਆਂ ਦਿਨਾਰੀਆਂ ਦੇ ਦਿੱਤੀਆਂ। ਕੀਮਤ ਉਸਨੇ ਦੇ ਦਿੱਤੀ ਆ। ਅਸੀਂ ਸਿਰਫ ਜਾ ਕੇ ਉਸ ਕੀਮਤ ਨੂੰ ਮੰਗਣਾ। ਤੇਰਾ ਸ਼ੁਕਰ, ਤੂੰ ਕੀਮਤ ਦੇ ਦਿੱਤੀ, ਹੁਣ ਤੂੰ ਮੇਰੇ ਤੇ ਰਹਿਮ ਕਰ, ਮੇਰੇ ਤੇ ਦਇਆ ਕਰ। ਮੈਂ ਪਾਪੀ ਇਹ ਕੀਮਤ ਨਹੀਂ ਦੇ ਸਕਦਾ। ਛੋਟੀ ਜਿਹੀ ਦੁਆ ਹੈ, ਜ਼ਿੰਦਗੀ ਦੇ ਵਿੱਚ ਕਰਦੇ ਰਹੋ ਔਰ ਮੰਗਦੇ ਰਹੋ। ਦੁਨੀਆ ਦੇ ਵਿੱਚ ਬਹੁਤ ਸਾਰਾ ਇਕੱਠੇ ਕਰਦੇ, ਉਨੀ ਦੇਰ ਤੱਕ ਮਸੀਹ ਦੇ ਬਾਗ ਦੇ ਵਿੱਚ ਕੋਈ ਕੱਖ ਨਹੀਂ ਕਰ ਸਕਦਾ, ਜਿੰਨੀ ਦੇਰ ਤੱਕ ਪ੍ਰਭੂ ਦਾ ਰਹਿਮ ਸਾਡੇ ਉੱਤੇ ਨਾ ਹੋਵੇ, ਜਿੰਨੀ ਦੇਰ ਤੱਕ ਉਸ ਦੀ ਵੱਡੀ ਦਇਆ ਸਾਡੇ ਨਾਲ ਨਾ ਹੋਵੇ। ਅਗਰ ਜ਼ਿੰਦਗੀ ਦੇ ਵਿੱਚ ਤੁਸੀਂ ਦੇਖਦੇ ਪਏ ਆ ਕਿ ਮੈਂ ਖੜ ਗਿਆ, ਮੈਂ ਰੁਕ ਗਿਆ, ਤਾਂ ਉਸ ਨੂੰ ਕਹੋ ਕਿ ਪ੍ਰਭੂ ਜੀ ਮੇਰੇ ਤੇ ਰਹਿਮ ਕਰ, ਮੈਨੂੰ ਆਪਣੇ ਬਾਗ ਦੇ ਵਿੱਚ ਲਾ, ਤਾਂ ਕਿ ਮੈਂ ਤੇਰੇ ਬਾਗ ਦੇ ਵਿੱਚ ਕੰਮ ਕਰਾਂ, ਤਾਂ ਕਿ ਮੈਂ ਤੇਰੇ ਨਾਮ ਦੇ ਲਈ ਕੁਛ ਕਰਾਂ। ਮੈਂ ਜਿੱਥੇ ਵੀ ਹਾਂ, ਚਾਹੇ ਮੈਂ ਦੁਨੀਆ ਦੇ ਵਿੱਚ ਉਸ ਥਾਂ 'ਤੇ ਖੜਾਂ ਜਿੱਥੇ 10 ਲੋਕ ਆ, ਉੱਥੇ ਹੋਰ ਕੋਈ ਨਹੀਂ। ਚਾਹੇ ਮੈਂ ਉੱਥੇ ਖੜਾਂ ਜਿੱਥੇ ਬਹੁਤ ਸਾਰੀ ਦੁਨੀਆ ਖੜੀ ਆ, ਚਾਹੇ ਮੈਂ ਆਪਣੇ ਦੁਨਿਆਵੀ ਕੰਮ ਦੇ ਲਈ ਕੰਮਾਂ ਦੇ ਵਿੱਚ ਉੱਥੇ ਲੋਕਾਂ ਦੇ ਵਿੱਚ ਖੜਾਂ, ਮੈਨੂੰ ਵਰਤ। ਔਰ ਪ੍ਰਭੂ ਵਰਤੇਗਾ ਔਰ ਉਹਦੇ ਹਿਸਾਬ ਦੇ ਨਾਲ ਸਾਡੀ ਜ਼ਿੰਦਗੀ ਦੇ ਉੱਤੇ ਰਹਿਮ ਕਰੇਗਾ। ਆਓ ਪ੍ਰਭੂ ਤੋਂ ਮੰਗੀਏ। ਮੈਂ ਤੁਹਾਨੂੰ ਇਹ ਕਹੂੰਗਾ ਕਿ ਚੁੱਪਚਾਪ ਦੁਆ ਕਰੋ, ਸ਼ਾਂਤੀ ਦੇ ਨਾਲ ਪ੍ਰਭੂ ਦੇ ਅੱਗੇ ਇਹ ਦੁਆ ਕਰੋ ਕਿ ਹੈ ਮੇਰੇ ਮਾਲਕ, ਤੂੰ ਮੇਰੇ ਤੇ ਰਹਿਮ ਕਰ, ਮੇਰੇ ਤੇ ਦਇਆ ਕਰ ਔਰ ਮੈਨੂੰ ਆਪਣੇ ਬਾਗ ਦੇ ਵਿੱਚ ਲਾ, ਤਾਂ ਕਿ ਮੈਂ ਤੇਰੇ ਲਈ ਸੋਨਾ, ਚਾਂਦੀ, ਹੀਰੇ ਮੋਤੀ ਇਕੱਠੇ ਕਰਾਂ। ਆਓ ਚੁੱਪਚਾਪ 1 ਮਿੰਟ ਦੁਆ ਕਰੋ ਔਰ ਉਸ ਤੋਂ ਬਾਅਦ ਗੀਤ ਦੇ ਨਾਲ ਪ੍ਰਭੂ ਦੇ ਨਾਮ ਨੂੰ ਉੱਚਾ ਕਰਾਂਗੇ ਔਰ ਫਿਰ ਅਸੀਂ ਪ੍ਰਭੂ ਦੇ ਘਰੋਂ ਬਰਕਤ ਪਾ ਕੇ ਉਸ ਦੇ ਘਰੋਂ ਜਾਵਾਂਗੇ। ਤੇਰਾ ਸ਼ੁਕਰ ਹੈ ਪ੍ਰਭੂ ਜੀ ਤੇਰੀ ਦਇਆ ਦੇ ਲਈ, ਕਿ ਸਾਡੇ ਵਰਗੇ ਹਠੀ, ਬੋਲੇ, ਅੰਨੇ, ਜੋ ਸਰੀਰਕ ਤੌਰ 'ਤੇ ਤਾਂ ਦੇਖਦੇ ਆ ਪ੍ਰਭੂ ਜੀ, ਸੁਣਦੇ ਵੀ ਆ, ਪਰ ਤੇਰੀ ਆਵਾਜ਼ ਨੂੰ ਨਹੀਂ ਸੁਣਦੇ ਔਰ ਆਉਂਦੇ ਨਹੀਂ, ਤੂੰ ਉਹਨਾਂ 'ਤੇ ਵੀ ਆਪਣੀ ਬਰਕਤ ਕਰਦਾ। ਸਾਡੇ ਵਿੱਚ ਕੋਈ ਐਸੇ ਭੈਣ ਭਰਾ ਬੈਠੇ ਜੋ ਆਪਣੀ ਜ਼ਿੰਦਗੀ ਦੀ ਸਵੇਰ 'ਚ ਬੈਠੇ ਆ, ਜਵਾਨੀ, ਕੁਛ ਐਸੇ ਆ ਪ੍ਰਭੂ ਜੀ ਜੋ ਜਵਾਨੀ ਦੇ ਵਿੱਚ ਬੈਠੇ ਆ, ਕੁਛ ਐਸੇ ਆ ਪ੍ਰਭੂ ਜੀ ਜੋ ਆਪਣੀ ਜ਼ਿੰਦਗੀ ਦੀ ਦੁਪਹਿਰ ਤੋਂ ਬਾਅਦ ਦੇ ਸਮੇਂ 'ਚ ਬੈਠੇ ਆ।
ਬਜ਼ੁਰਗੀ 'ਚ ਬੈਠੇ ਹਾਂ। ਸਾਡੇ ਤੇ ਰਹਿਮ ਕਰ ਪ੍ਰਭੂ ਜੀ ਕਿ ਅਸੀਂ ਤੇਰੇ ਕੰਮਾਂ ਨੂੰ ਪਿਆਰ ਨਾ ਕਰੀਏ, ਬਲਕਿ ਤੈਨੂੰ ਪਿਆਰ ਕਰੀਏ ਔਰ ਤੇਰੇ ਲਈ ਕੰਮ ਕਰੀਏ। ਯਸੂ ਨੂੰ ਪਿਆਰ ਕਰੀਏ ਔਰ ਯਸੂ ਨੂੰ ਦੇ ਲਈ ਕੰਮ ਕਰੀਏ। ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਦਿੰਦੇ ਹਾਂ। ਗੀਤ ਦੇ ਨਾਲ ਜੋ ਉਪਮਾ ਕਰਾਂਗੇ ਪ੍ਰਭੂ ਜੀ, ਤੇਰੇ ਨਾਮ ਨੂੰ ਮਹਾਨ ਕਵਾਂਗੇ, ਤੈਨੂੰ ਬਰਕਤ ਦੇਵਾਂਗੇ। ਹੇ ਖੁਦਾਵੰਦ, ਸਾਡੀ ਉਹ ਬਰਕਤ ਤੂੰ ਸਵੀਕਾਰ ਕਰੀ ਯਸੂ ਦੇ ਨਾਂ 'ਚ। ਆਓ ਦੁਆ ਕਰੀਏ, ਪ੍ਰਭੂ ਤੋਂ ਮੰਗੀਏ ਔਰ ਉਸ ਤੋਂ ਬਰਕਤ ਮੰਗੀਏ ਕਿ ਉਹ ਸਾਡੇ ਉੱਤੇ ਰਹਿਮ ਕਰੇ। ਹੇ ਖੁਦਾਵੰਦ, ਇਸ ਗੀਤ ਦੇ ਅਨੁਸਾਰ ਸਾਡੇ ਕੋਲ ਇੱਕੋ ਹੀ ਜਿੰਦ ਆ, ਇੱਕੋ ਹੀ ਜ਼ਿੰਦਗੀ ਆ ਕਿ ਅਸੀਂ ਤੇਰੇ ਲਈ ਕੁਛ ਕਰ ਸਕੀਏ। ਬਹੁਤ ਸਾਰਾ ਸਮਾਂ ਪ੍ਰਭੂ ਜੀ ਇਸ ਦੁਨੀਆ ਦੇ ਲਈ ਬਹੁਤ ਕੁਛ ਕੀਤਾ, ਆਪਣੇ ਲਈ ਬਹੁਤ ਕੁਛ ਕੀਤਾ, ਔਰ ਤੇਰਾ ਸ਼ੁਕਰ ਆ ਕਿ ਤੂੰ ਸਭ ਕੁਛ, ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ। ਪਰ ਹੁਣ ਤੂੰ ਸਾਡੇ ਉੱਤੇ ਰਹਿਮ ਕਰ ਕਿ ਅਸੀਂ ਤੇਰੇ ਅੰਗੂਰੀ ਬਾਗ ਦੇ ਲਈ ਵੀ ਕੁਛ ਕਰ ਸਕੀਏ। ਔਰ ਹੁਣ ਉਸ ਅੰਗੂਰੀ ਬਾਗ ਦੇ ਮਾਲਕ ਜੋ ਦਇਆ ਔਰ ਰਹਿਮ ਦੇ ਨਾਲ ਭਰਪੂਰ ਆ, ਉਸ ਦੇ ਹੱਥਾਂ ਦੇ ਕੰਮਾਂ ਦੇ ਵਿੱਚ ਅਸੀਂ ਵੀ ਆਪਣਾ ਹੱਥ ਵਟਾ ਸਕੀਏ। ਸਾਡੇ ਤੇ ਰਹਿਮ ਕਰ, ਦਇਆ ਕਰ, ਤੇਰੀ ਦਇਆ ਤੋਂ ਬਗੈਰ ਕੁਛ ਨਹੀਂ ਹੋ ਸਕਦਾ। ਮੇਰੇ ਮਾਲਕ, ਅੱਜ ਦਾ ਦਿਨ ਅਸੀਂ ਆਪਣੇ ਆਪ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਸੌਂਪਦੇ ਹਾਂ। ਅਸੀਂ ਖੁਦਾਵੰਦ ਹੁਣ ਇੱਥੋਂ ਜਾਵਾਂਗੇ ਔਰ ਇਸ ਜਗਤ ਦੇ ਵਿੱਚ ਰਵਾਂਗੇ। ਤੂੰ ਸਾਡੇ ਸ਼ਬਦਾਂ ਤੇ ਰਹਿਮ ਕਰੀ, ਸਾਡੇ ਚਾਲ ਚਲਨ ਤੇ ਰਹਿਮ ਕਰੀ, ਸਾਡੀਆਂ ਸੋਚਾਂ ਤੇ ਰਹਿਮ ਕਰੀ। ਔਰ ਪ੍ਰਭੂ ਜੀ, ਆਪਣੀ ਪਵਿੱਤਰ ਆਤਮਾ ਦੇ ਨਾਲ ਤੂੰ ਸਾਨੂੰ ਸੰਭਾਲ ਕੇ ਰੱਖੀ, ਤਾਂ ਕਿ ਖੁਦਾਵੰਦ ਸਾਡਾ ਹਰ ਕੰਮ, ਇਹ ਜ਼ਿੰਦਗੀ ਉਸ ਲੂਣ ਔਰ ਉਸ ਰੋਸ਼ਨੀ ਦੀ ਤਰ੍ਹਾਂ ਹੋਏ ਜੋ ਤੂੰ ਸਾਨੂੰ ਬਣਨ ਦੇ ਲਈ ਕਿਹਾ। ਹੇ ਪ੍ਰਭੂ ਜੀ, ਸਾਡੇ ਅੱਗੇ ਅੱਗੇ ਖੁਦਾਵੰਦ ਤੂੰ ਚੱਲੀ, ਤਾਂ ਕਿ ਤੇਰੇ ਨਿਸ਼ਾਨਾਂ ਦੇ ਪਿੱਛੇ ਅਸੀਂ ਚੱਲੀਏ। ਸਾਡੀ ਪਿੱਠ ਤੋਂ ਪ੍ਰਭੂ ਜੀ ਤੂੰ ਰਾਖੀ ਕਰੀ, ਸੱਜੇ ਔਰ ਖੱਬੇ ਖੁਦਾਵੰਦ ਤੂੰ ਆਪਣੀ ਦਇਆ ਔਰ ਰਹਿਮ ਦੇ ਨਾਲ ਬਣਿਆ ਰਹੀਂ। ਉੱਪਰੋਂ ਆਪਣੀ ਨਿਗਾਹਬਾਨੀ ਤੂੰ ਸਾਡੇ ਤੇ ਰੱਖੀ, ਪੈਰਾਂ 'ਚ ਛੋਟਾ ਰਸਤਾ ਬਣ ਕੇ ਖੁਦਾਵੰਦ ਤੂੰ ਚੱਲਦਾ ਰਹੀਂ, ਔਰ ਅੰਦਰੋਂ ਸਾਨੂੰ ਪਵਿੱਤਰ ਆਤਮਾ ਦੇ ਨਾਲ ਭਰ ਕੇ ਰੱਖੀ। ਸੱਤੇ ਪਾਸਿਓਂ ਖੁਦਾਵੰਦ ਤੇਰਾ ਨਿਗਾਹਬਾਨੀ, ਤੇਰੀ ਰਾਖੀ ਸਾਡੇ ਨਾਲ ਬਣੀ ਰਹੇ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਇਹ ਮੰਗਦੇ ਹਾਂ, ਔਰ ਸਾਰੀ ਸੰਗਤ ਕਹੇ ਖੁਦਾਵੰਦ ਤੇਰਾ ਸ਼ੁਕਰ ਆ ਕਿ ਉਸ ਖਾਣੇ ਦੇ ਲਈ ਜੋ ਅਸੀਂ ਇੱਥੇ ਬੈਠ ਕੇ ਖਾਵਾਂਗੇ, ਚੰਗਾ ਖਾਵਾਂਗੇ ਪ੍ਰਭੂ ਜੀ, ਚੰਗੇ ਸ਼ਬਦ ਸਾਡੇ ਮੂੰਹ ਚੋਂ ਨਿਕਲਣ। ਹੇ ਪ੍ਰਭੂ ਜੀ, ਇੱਕ ਦੂਜੇ ਦੇ ਲਈ ਬਰਕਤ ਦਾ ਕਾਰਨ ਹੋਈਏ। ਆਪਣੀ ਕਮਾਈ ਚੋਂ ਪ੍ਰਭੂ ਜੀ ਅਸੀਂ ਤੇਰੇ ਘਰ ਲੈ ਕੇ ਆਏ ਹਾਂ, ਉਸ ਦੇ ਨਾਲ ਬਹੁਤਿਆਂ ਤੱਕ ਤੇਰਾ ਪਿਆਰ ਪਹੁੰਚੇ। ਉਹ ਬੱਚੇ ਜੋ ਪ੍ਰਭੂ ਜੀ ਗਰੀਬ ਮੁਲਕਾਂ ਦੇ ਵਿੱਚ ਆ, ਉਹਨਾਂ ਤੱਕ ਖੁਦਾਵੰਦ ਤੇਰੇ ਭੰਡਾਰ ਚੋਂ ਜਾਏ। ਜੋ ਪ੍ਰਭੂ ਜੀ ਇੰਤਜ਼ਾਰ ਕਰ ਰਹੇ ਆ, ਜੋ ਕੋਹੜੀ ਆ, ਜਿਨ੍ਹਾਂ ਦਾ ਇਲਾਜ ਚੱਲ ਰਿਹਾ, ਉਹਨਾਂ ਦੇ ਲਈ ਪ੍ਰਭੂ ਜੀ ਇਸ ਭੰਡਾਰ ਚੋਂ ਜਾਏ, ਤਾਂ ਕਿ ਯਸੂ ਹਰੇਕ ਥਾਂ ਪਹੁੰਚੇ। ਜਿਸ ਕਮਾਈ ਦੇ ਵਿੱਚੋਂ ਪ੍ਰਭੂ ਜੀ ਦੇ ਰਹੇ ਆ, ਤੂੰ ਉਸ ਕਮਾਈ 'ਚ ਆਪਣੀ ਬਰਕਤ ਪਾਉਣੀ, ਸਭ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨਾ। ਸਾਡੇ ਹੱਥ ਹਮੇਸ਼ਾ ਦਿੰਦੇ ਰਹਿਣ ਔਰ ਤੇਰੇ ਤੋਂ ਮੰਗਦੇ ਰਹਿਣ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਇੱਕ ਵਾਰੀ ਸਾਰੀ ਸੰਗਤ ਕਹੇ
ਆਮੇਨ। ਖੁਦਾਵੰਦ ਤੁਹਾਨੂੰ ਬਰਕਤ ਦੇਏ ਔਰ ਤੁਹਾਡੇ ਨਾਲ ਬਣਿਆ ਰਹੇ, ਆਪਣਾ ਚਿਹਰਾ ਤੁਹਾਡੇ ਤੇ ਚਮਕਾਏ ਔਰ ਤੁਹਾਨੂੰ ਸ਼ਾਂਤੀ ਬਖਸ਼ੇ। ਬਲੈਸ ਯੂ।